ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। 26 ਦਸੰਬਰ ਨੂੰ ਹਰ ਸਾਲ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਦੇ ਜ਼ਰੀਏ ਗੁਰਪੁਰਬ ਮੌਕੇ ਇਹ ਐਲਾਨ ਕੀਤਾ। ਇੱਕ ਤੋਂ ਬਾਅਦ ਇੱਕ ਟਵੀਟ ਸਾਹਮਣੇ ਆਏ ਤੇ ਸਵਾਗਤ ਹੋਣਾ ਸ਼ੁਰੂ ਹੋ ਗਿਆ। ਪਰ ਇਸ ਸਵਾਗਤ ਤੋਂ ਬਾਅਦ ਥੋੜੀ ਦੇਰ ਬਾਅਦ ਇਤਰਾਜ਼ ਵੀ ਹੋਣੇ ਸ਼ੁਰੂ ਹੋ ਗਏ। ਇਤਰਾਜ਼ SGPC ਵੱਲੋਂ ਆਇਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਇਆ। ਸਾਬਕਾ ਪ੍ਰਧਾਨ DSC ਮਨਜਿੰਦਰ ਸਿੰਘ ਸਿਰਸਾ ਨੇ ਸਵਾਗਤ ਕੀਤਾ, ਕਹਿੰਦੇ ਮੈਂ ਤਾਂ ਬਹੁਤ ਦੇਰ ਦਾ ਮੰਗ ਕਰ ਰਿਹਾ ਸੀਗਾ। ਅਕਾਲੀ ਦਲ ਵੀ ਡਿਮਾਂਡ ਕਰਦਾ ਪਿਆ ਸੀਗਾ। ਤੇ ਉਸ ਤੋਂ ਬਾਅਦ ਹਰਨਾਮ ਸਿੰਘ ਤੋਂ ਮਾਹਰਾਂ ਦਾ ਬਿਆਨ ਹੁੰਦਾ, ਉਹ ਵੀ ਕਹਿੰਦੇ ਫੈਸਲਾ ਸ਼ਲਾਘਾਯੋਗ ਹੈ। ਪਰ ਬਹੁਤੀਆਂ ਜਥੇਬੰਦੀਆਂ ਕਹਿੰਦੀਆਂ ਕਿ ਫੈਸਲੇ ਤੇ ਇਤਰਾਜ਼ ਇੰਨਾ ਕੁ ਹੈ ਕਿ ਜਿਹੜੀ ਸਿੱਖ ਪਰੰਪਰਾ ਹੈ ਕਿ ਸਿੱਖ ਸਿਧਾਂਤ ਹੈ ਕਿ ਉਸ ਦੇ ਮੁਤਾਬਕ ਜੇ ਚੱਲਿਆ ਜਾਂਦਾ, ਅਸੀਂ ਸਾਹਿਬਜ਼ਾਦੇ ਕਹਿੰਦੇ ਹਾਂ, ਬਾਲ ਨਹੀਂ ਕਹਿੰਦੇ, ਬਾਬਾ ਜੀ ਕਹਿੰਦੇ ਹਾਂ, ਉਸ ਮੁਤਾਬਕ ਚੱਲਿਆ ਜਾਣਾ ਚਾਹੀਦਾ ਸੀ। ਇਹ ਸਾਰੇ ਸਵਾਲ ਉੱਠਦੇ ਪਏ ਆ। ਪਰ ਇਹਨਾਂ ਵਿੱਚ ਸਵਾਲ ਇਹ ਵੀ ਹੈਗਾ ਕਿ ਸਵਾਗਤ ਕਿੰਨਾ ਜ਼ਿਆਦਾ ਕਰਨਾ ਚਾਹੀਦਾ, ਇਤਰਾਜ਼ ਕਿੰਨਾ ਜ਼ਿਆਦਾ ਕਰਨਾ ਚਾਹੀਦਾ। ਇਤਰਾਜ਼ ਕਰਨਾ ਵੀ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਇਹ ਵੀ ਸਵਾਲ ਹੋਣੇ ਚਾਹੀਦੇ ਹੈ। ਤੇ ਵੀਰ ਬਾਲ ਦਿਵਸ ਕੀ ਇਹ ਨਾਮ ਹੋਣਾ ਚਾਹੀਦਾ, ਇਹ ਵੀ ਸਵਾਲ ਹੋਣਾ ਚਾਹੀਦਾ। ਅਸੀਂ ਇਹ ਸਵਾਲ ਪੁੱਛਾਂਗੇ, ਵੀਰ ਬਾਲ ਦਿਵਸ ਕੀ ਨੇ ਸਵਾਲ। ਪਹਿਲਾਂ ਬਿਆਨ ਸੁਣ ਲਈਏ ਆਏ ਕਿ ਨੇ। ਜਿਹੜਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ, ਇਹ ਨਾਮ ਨਹੀਂ ਠੀਕ। ਅਸੀਂ ਚਾਹੁੰਦੇ ਹਾਂ ਇਤਿਹਾਸ ਪੜ੍ਹਾਇਆ ਜਾਏ ਔਰ ਸਹੀ ਇਤਿਹਾਸ ਪੜ੍ਹਾਇਆ ਜਾਏ। ਅਸੀਂ ਭਾਰਤ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਜਦੋਂ ਵੀ ਇਸ ਤਰ੍ਹਾਂ ਦੇ ਫੈਸਲੇ ਲੈਣੇ ਹੁੰਦੇ ਹੈ ਤਾਂ ਸਿੱਖ ਸੰਸਥਾਵਾਂ ਸਾਡੀਆਂ ਮੌਜੂਦ ਨੇ ਭਾਰਤ ਦੀ ਧਰਤੀ ਦੇ ਉੱਤੇ। ਇਹਨਾਂ ਨਾਲ ਮਸ਼ਵਰਾ ਜਿਹੜਾ ਹੈ, ਸਲਾਹ ਕਰ ਲੈਣੀ, ਮੈਂ ਕਹਿੰਦਾ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ, ਉਹ ਕਲਗੀਧਰ ਦੇ ਸਾਹਿਬਜ਼ਾਦੇ ਸੀ ਤੇ ਸਿੱਖ ਪੰਥ ਦੇ ਉਹ ਬਾਬੇ ਆ। ਸੋ ਉਹਨਾਂ ਨੂੰ ਬਾਲ ਕਹਿਣਾ, ਇਹ ਮੇਰਾ ਖਿਆਲ ਇੱਕ ਇਤਿਹਾਸ ਦੇ ਨਾਲ ਖਿਲਵਾੜ ਹੋਊਗਾ। ਇਹ ਠੀਕ ਹੈ ਵੀ ਜੇ ਉਹਨਾਂ ਨੇ ਇਹਨੂੰ 26 ਦਸੰਬਰ ਨੂੰ ਮਨਾਉਣਾ ਹੈ ਤੇ ਇਹਦੇ ਬਾਰੇ ਸਿੱਖ ਧਰਮ ਦੇ ਨਾਲ ਜਿਹੜੇ ਸਾਡੇ ਸਿੰਘ ਸਾਹਿਬਾਨ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੇ ਨਾਲ ਇਹ ਸਲਾਹ ਕਰਕੇ ਕਿਉਂਕਿ ਅਸੀਂ ਇਹ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ, ਸ਼ਹੀਦੀ ਜੋੜ ਮੇਲਾ ਆ ਸਾਡਾ, ਤੇ ਬਾਲ ਦਿਵਸ ਕਹਿਣਾ ਤਾਂ ਬਿਲਕੁਲ ਹੀ ਮੈਂ ਸਮਝਦਾ ਇੱਕ ਅਨਿਆਂ ਹੋਊਗਾ। ਔਰ ਸਾਹਿਬਜ਼ਾਦਿਆਂ ਦਾ ਉਸ ਦਿਨ ਇਹ ਦਿਹਾੜਾ ਵੀ ਮਨਾਇਆ ਜਾਏਗਾ। ਇਹਦਾ ਨਾਮ ਰੱਖਿਆ ਵੀਰ ਬਾਲ ਦਿਵਸ। ਉਹਨਾਂ ਨੇ ਬਹੁਤ ਸੋਹਣਾ ਨਾਮ। ਅੱਜ ਦੇਸ਼ ਔਰ ਦੁਨੀਆ ਨੂੰ ਇਤਿਹਾਸ ਪਤਾ ਲੱਗੇਗਾ ਜੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਬਹੁਤ ਵੱਡਾ ਐਲਾਨ ਕੀਤਾ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੋ ਕੇ ਵੀਰ ਬਾਲ ਦਿਵਸ ਮਨਾਇਆ ਜਾਏਗਾ ਪੂਰੇ ਦੇਸ਼ ਦੇ ਅੰਦਰ 26 ਦਸੰਬਰ ਨੂੰ। ਇਹ ਸ਼ਾਇਦ ਉਹ ਸਾਕਾ ਸੀ ਜਿਹੜਾ ਹਰ ਬੱਚੇ ਤੱਕ ਪਹੁੰਚਣਾ ਚਾਹੀਦਾ ਸੀ, ਪਰ ਪਹੁੰਚ ਨਾ ਸਕਿਆ। ਦੇਸ਼ ਔਰ ਦੁਨੀਆ ਨੂੰ ਹੁਣ ਪਤਾ ਲੱਗੇਗਾ। ਬੱਚਾ ਭਾਵੇਂ ਤ੍ਰਿਪੁਰਾ 'ਚ ਹੋਵੇ, ਉੜੀਸਾ 'ਚ ਹੋਵੇ, ਤਾਮਿਲਨਾਡੂ 'ਚ ਹੋਵੇ, ਉੱਥੋਂ ਦੇ ਲੋਕਾਂ ਨੂੰ ਵੀ ਹੁਣ ਪਤਾ ਲੱਗੂ ਸਾਹਿਬਜ਼ਾਦੇ ਕੌਣ ਸੀ। ਐਡੀ ਵੱਡੀ ਲਾਸਾਨੀ ਸ਼ਹਾਦਤ ਜਿਸ ਦਾ ਦੇਸ਼ ਦਾ ਕਣ-ਕਣ ਕਰਜ਼ਦਾਰ ਆ, ਔਰ ਉਸ ਕਰਜ਼ੇ ਨੂੰ ਉਤਾਰਨ ਦਾ ਕੰਮ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ। ਵੱਡਾ ਸਵਾਲ ਇਸ ਚਰਚਾ ਦੇ ਵਿੱਚ ਅਸੀਂ ਇਹ ਪੁੱਛਾਂਗੇ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨ ਹੈ ਵੀਰ ਬਾਲ ਦਿਵਸ ਤੇ ਪੰਥਕ ਧਿਰਾਂ ਇੱਕ ਮਤ ਕਿਉਂ ਨਹੀਂ। ਇਸੇ ਸਵਾਲ ਤੇ ਚਰਚਾ ਕਰਾਂਗੇ। ਜਿਹੜਾ ਪੈਨਲ ਸਾਡੇ ਨਾਲ ਹੈ, ਬੜੀ ਸੁਹਿਰਦ ਪੈਨਲ ਹੈ। ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਵਾਗਤ ਕਿਉਂ ਹੈ, ਇਤਰਾਜ਼ ਕਿਉਂ ਹੈ। ਗੁਰਤੇਜ ਸਿੰਘ IAS, ਸਾਬਕਾ IAS ਨੇ, ਸਿੱਖ ਬੁੱਧੀਜੀਵੀ ਨੇ। ਗੁਰਤੇਜ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਚਾਵਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਬਹੁਤ ਹੀ ਸੀਨੀਅਰ ਆਗੂ ਨੇ। ਅਮਰਜੀਤ ਸਿੰਘ ਚਾਵਲਾ ਤੁਹਾਡਾ ਬਹੁਤ ਸਵਾਗਤ ਹੈ। ਬਿਕਰਮਜੀਤ ਸਿੰਘ ਚੀਮਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਹੈ ਤੇ ਕਿਸਾਨ ਮੋਰਚੇ ਨਾਲ ਸੰਬੰਧ ਰੱਖਦੇ ਆ। ਚੀਮਾ ਜੀ ਤੁਹਾਡਾ ਬਹੁਤ ਸਵਾਗਤ ਹੈ। ਮਾਲੂ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਤੌਰ ਤੇ ਵਿਚਰਦੇ ਨੇ, ਅਕਸਰ ਸੋਸ਼ਲ ਮੀਡੀਆ ਤੇ ਬੜੀਆਂ ਟਿੱਪਣੀਆਂ ਪਾਉਂਦੇ ਨੇ ਤੇ ਮਿਸਟਰ ਟੋੜਾ ਹਰਾਂ ਦੇ ਬੜੇ ਨੇੜੇ ਰਹੇ, ਇਸ ਕਰਕੇ ਸਕਦੇ। ਮਿਸਟਰ ਮਾਲੀ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਇਤਰਾਜ਼ ਵਾਲਾ ਮੈਂ ਪੁੱਛਣਾ ਚਾਹੂੰਗਾ ਅਮਰਜੀਤ ਸਿੰਘ ਚਾਵਲਾ। ਬਹੁਤ ਹੀ ਸੰਜੀਦਗੀ ਨਾਲ ਮੈਨੂੰ ਲੱਗਦਾ ਤੁਸੀਂ ਸਾਰੇ ਜਵਾਬ ਦਿਓਗੇ। ਅਮਰਜੀਤ ਸਿੰਘ ਚਾਵਲਾ, ਇਤਰਾਜ਼ ਕੀ ਹੈ ਤੇ ਸਵਾਗਤ ਕਿੰਨਾ ਤੁਹਾਡੇ ਵੱਲੋਂ? ਦੇਖੋ, ਪਹਿਲੀ ਗੱਲ ਤਾਂ ਇਤਰਾਜ਼ ਲਫ਼ਜ਼ ਮੀਡੀਆ ਨੇ, ਅਖਬਾਰਾਂ ਨੇ ਦੇ ਦਿੱਤਾ ਵੀ ਇਤਰਾਜ਼ ਦਿੱਤਾ। ਇਤਰਾਜ਼ ਨਹੀਂ ਕੀਤਾ, ਉਹਨਾਂ ਨੇ ਇੱਕ ਸੁਜੈਸ਼ਨ ਦਿੱਤੀ ਆ ਬਈ ਜਿਹੜਾ ਅਸੀਂ ਸਵਾਗਤ ਕਰਦੇ ਆ, ਲੇਕਿਨ ਇਹਦਾ ਨਾਂ ਜਿਹੜਾ ਉਹ ਸੋਚ ਸਮਝ ਕੇ ਵਿਚਾਰ ਕਰਕੇ ਰੱਖਿਆ ਜਾਣਾ ਚਾਹੀਦਾ। ਉਹ ਤਾਂ ਥੋੜਾ ਜਿਹਾ ਇਸ ਗੱਲ 'ਚ ਫਰਕ ਹੈ, ਕਿਉਂਕਿ ਇਸ ਗੱਲ ਦਾ ਕੋਈ ਸ਼ੱਕ ਨਹੀਂ ਕਿ ਪਿਛਲੇ ਬੜੇ ਲੰਬੇ ਸਮੇਂ ਤੋਂ ਜਦੋਂ ਸੋਸ਼ਲ ਮੀਡੀਆ ਤੇ ਜ਼ਿਆਦਾ ਹੀ ਇਹ ਮੰਗ ਉੱਠੀ ਸੀ ਕਿ ਜਿਹੜਾ ਜਵਾਹਰ ਲਾਲ ਨਹਿਰੂ ਦਾ 14 ਨਵੰਬਰ ਨੂੰ ਦਿਨ ਮਨਾਇਆ ਜਾਂਦਾ,
ਉਹ ਨਹੀਂ ਦਿਨ ਮਨਾਇਆ ਜਾਣਾ ਚਾਹੀਦਾ, ਬਲਕਿ ਸਾਹਿਬਜ਼ਾਦਿਆਂ ਦਾ ਦਿਨ ਉਹ ਮਨਾਇਆ ਜਾਣਾ ਚਾਹੀਦਾ ਬਾਲ ਦਿਵਸ ਦੇ ਤੌਰ ਤੇ। ਇਹ ਆਉਂਦੀ ਸੀ, ਉਹ ਸਾਰਿਆਂ ਦੀ ਆਪੋ ਆਪਣੀ ਜਿਵੇਂ ਇੱਕ ਮੰਗ ਚੱਲ ਰਹੀ ਸੀ। ਹੁਣ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਦੇ ਬਾਰੇ ਬੜਾ ਵਧੀਆ ਫੈਸਲਾ ਲਿਆ, ਮੈਂ ਵੀ ਸਵਾਗਤ ਕੀਤਾ, ਅਖਬਾਰਾਂ 'ਚ ਵੀ ਆਇਆ ਤੇ ਟੀਵੀ ਤੇ ਵੀ ਆਇਆ। ਲੇਕਿਨ ਮੈਂ ਇਹ ਗੱਲ ਜਿਹੜੀ ਆ ਸਿਰਫ ਇੰਨੀ ਆ ਕਿ ਇਹਦੇ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਇਹਦਾ ਨਾਂ ਕੀ ਹੋਊ, ਜਿਹੜਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰੇ। ਜੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਭਗਿਆਨੀ ਹਰਪ੍ਰੀਤ ਸਿੰਘ ਹਰਾਂ ਨੇ ਵੀ ਗੱਲ ਕਹੀ ਹੈ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਕਹੀ ਹੈ, ਉਹਦਾ ਇੰਨਾ ਹੀ ਹੈ। ਇਤਰਾਜ਼ ਵਾਲੀ ਕੋਈ ਗੱਲ ਨਹੀਂ, ਬਹੁਤ ਸੋਹਣਾ ਫੈਸਲਾ, ਸਾਰੀਆਂ ਧਿਰਾਂ ਨੇ ਲਗਭਗ ਇਹਦਾ ਸਵਾਗਤ ਕੀਤਾ। ਚਲੋ ਮੈਂ ਵਾਪਸ ਆਉਂਗਾ ਤੁਹਾਡੇ ਕੋਲ। ਬਿਕਰਮ ਸਿੰਘ ਚੀਮਾ, ਤੁਹਾਡੀ ਪਾਰਟੀ ਲਗਾਤਾਰ ਇਹਦਾ ਸਵਾਗਤ ਕਰਦੀ ਪਈ ਹੈ। ਚੀਮਾ ਸਾਹਿਬ, ਜਿਹੜਾ ਇਹਨਾਂ ਨੇ ਸੁਝਾਅ ਦਿੱਤਾ ਹੈ ਕਿ ਇਤਰਾਜ਼ ਨਹੀਂ ਹੈਗਾ, ਸਾਡਾ ਸੁਝਾਅ ਹੈ, ਇਹਨਾਂ ਦਾ ਸੁਝਾਅ ਮੰਨਣਾ ਚਾਹੀਦਾ ਸਰਕਾਰ ਨੂੰ? ਸਭ ਤੋਂ ਪਹਿਲਾਂ ਤੋਂ ਜਸ ਟੀਵੀ ਦੇ ਜਿੰਨੇ ਵੀ ਦਰਸ਼ਕ ਹੈ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਮੰਤਰੀ ਸਾਹਿਬ ਦਾ, ਦੇਸ਼ਦਿਆਂ ਦਾ ਮੈਂ ਬਹੁਤ ਸਾਰਿਆਂ ਵੱਲੋਂ, ਜਿਹੜਾ ਸਿੱਖ ਕੌਮ ਨੇ ਨਹੀਂ, ਸਮੁੱਚੇ ਜਿਹੜੇ ਹਿੰਦੁਸਤਾਨ ਦੇ ਲੋਕ ਹੈ, ਉਹਨਾਂ ਨੇ ਇਸ ਗੱਲ ਦੇ ਲਈ ਬਹੁਤ ਉਹਨਾਂ ਦਾ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਜੀ ਦਾ, ਜੋ ਉਹਨਾਂ ਨੇ ਕੱਲ ਜਿਹੜਾ ਸਾਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਦੀ ਗੱਲ ਕੀਤੀ ਆ। ਔਰ ਮੈਨੂੰ ਇੱਥੇ ਇੱਕ ਬੜੀ ਖੁਸ਼ੀ ਵੀ ਹੋਈ ਹੈ, ਚਾਵਲਾ ਜੀ ਨੇ ਜਿਹੜੀ ਗੱਲ ਕਹੀ ਹੈ, ਕਿਉਂਕਿ ਜੋ ਮੀਡੀਆ ਦੇ ਥਰੂ ਰਿਪੋਰਟਾਂ ਆ ਰਹੀਆਂ ਸੀ ਕਿ ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਬਹੁਤ ਹੀ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ, ਜਿਹੜੇ ਸਮੁੱਚੇ ਸਿੱਖ ਸੰਗਤ ਦੇ ਲਈ ਸਾਡੇ ਬਹੁਤ ਸਰਵਉੱਚ ਅਹੁਦਾ ਹੈ, ਉਹਨਾਂ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ। ਔਰ ਮੈਂ ਵੀ ਉਸ ਬਿਆਨ ਨੂੰ ਸੁਣਿਆ, ਉਹਨਾਂ ਵੱਲੋਂ ਜਿਹੜਾ ਇਹ ਕਹਿਣਾ ਕਿ ਇਤਰਾਜ਼ ਨਹੀਂ, ਸਵਾਗਤ ਹੈ, ਪਰ ਨਾਮ ਦੇ ਵਿੱਚ ਜਿਹੜੀ ਕੋਈ ਉਹ ਲੱਗਦਾ ਹੈ ਕਿ ਇਹ ਸਿੱਖੀ ਰਹੁ ਰੀਤਾਂ ਦੇ ਅਨੁਸਾਰ ਨਹੀਂ। ਮੈਂ ਇੱਥੇ ਚਾਵਲਾ ਜੀ ਦੇ ਮਾਧਿਅਮ ਦੇ ਰਾਹੀਂ, ਕਿਉਂਕਿ ਸ਼੍ਰੋਮਣੀ ਕਮੇਟੀ ਮੈਂਬਰ ਨੇ, ਬੜੇ ਸਤਿਕਾਰਯੋਗ ਹੈ, ਬੇਨਤੀ ਕਰਨੀ ਚਾਹੁੰਦਾ ਕਿ ਠੀਕ ਹੈ ਜੇ ਸਾਨੂੰ ਲੱਗਦਾ ਹੈ ਕਿ ਇਸ ਨਾਮ ਦੇ ਵਿੱਚ ਕੋਈ ਸਮੱਸਿਆ ਹੈ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਈ ਲਿਮਟ ਦੇ ਵਿੱਚ ਨਹੀਂ ਕਰਨ ਦੀ ਕੋਸ਼ਿਸ਼ ਕੀਤੀ। ਉਸ ਸ਼ਹੀਦੀ ਨੂੰ ਉਹਨਾਂ ਨੇ ਇੱਕ ਸਮਰਪਿਤ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਦੇ ਲਈ ਸਮਰਪਣ ਦੀ ਭਾਵਨਾ ਜਿਹੜੀ ਉਹ ਪੇਸ਼ ਕੀਤੀ ਹੈ। ਹਾਂ, ਜੇ ਸਾਨੂੰ ਕਿਤੇ ਲੱਗਦਾ ਹੈ ਕਿ ਇਸ ਨਾਮ ਦੇ ਵਿੱਚ ਇਸ ਤਰ੍ਹਾਂ ਆਉਣਾ ਚਾਹੀਦਾ ਸੀ, ਖੁੱਲ੍ਹੇ ਤੌਰ ਤੇ ਮੈਂ ਕਹਿਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਕਿਸੇ ਹੋਰ ਜਥੇਬੰਦੀ ਵੱਲੋਂ ਜੋ ਨਾਮ ਚਾਹੀਦਾ ਉਹ ਲਿਖ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜੀਏ। ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਉਹ ਸਿੱਖਾਂ ਦੇ ਲਈ ਬੜੇ ਪਿਆਰ ਕਰਨ ਵਾਲੇ, ਸਿੱਖਾਂ ਦੇ ਮਸਲਿਆਂ ਦੇ ਲਈ ਬੜੇ ਸੁਹਿਰਦ ਨੇ, ਉਹ ਬਿਲਕੁਲ ਫਰਾਖ ਦਿਲੀ ਨਾਲ ਜੋ ਕੋਈ ਵੀ ਨਾਮ ਜਾਊਗਾ ਉਸ ਤੇ ਜੇ ਕੋਈ ਗੱਲ ਕਰਨ ਵਾਲੀ ਹੋਊਗੀ ਕੀਤੀ ਜਾਊਗੀ। ਪਰ ਅੱਜ ਇਹ ਸਮਾਂ ਹੈ, ਕਿਉਂਕਿ ਬੜੇ ਲੰਬੇ ਸਮੇਂ ਤੋਂ ਸਾਡੀ ਸਿੱਖਾਂ ਦੀ ਨਹੀਂ, ਕੱਲ ਸਾਰੇ ਹਿੰਦੁਸਤਾਨ ਵਾਸੀਆਂ ਦੀ ਮੰਗ ਸੀ ਕਿ ਇਸ ਜਿਹੜਾ ਬਾਲ ਦਿਵਸ ਹੈ ਉਹਨੂੰ ਉਹ ਬੱਚੇ ਜਿਹੜੇ ਸਾਡੇ ਸਾਹਿਬਜ਼ਾਦੇ ਕੱਲੀ ਕੌਮ ਦੇ ਨਹੀਂ, ਜਿਨ੍ਹਾਂ ਨੇ ਵਰਲਡ ਦੇ ਵਿੱਚ ਇੱਕ ਹਿਸਟਰੀ ਬਣਾਈ, ਛੋਟੀਆਂ ਉਮਰਾਂ ਦੇ ਵਿੱਚ ਵੱਡੀਆਂ ਸ਼ਹਾਦਤਾਂ ਦੇ ਕੇ, ਉਹਨਾਂ ਦੇ ਲਈ ਇੱਕ ਸਮਰਪਣ ਜਿਹੜਾ ਸੀਗਾ ਉਹ ਦੇ ਕੇ ਆਪਣੇ ਵੱਲੋਂ ਜਿਹੜਾ ਸੀ ਜੋ ਟ੍ਰਿਬਿਊਟ ਕੀਤਾ, ਉਹ ਉਹਦੇ ਲਈ ਧੰਨਵਾਦ ਕਰਨਾ ਚਾਹੀਦਾ ਅੱਜ ਸਮੁੱਚੀ ਸਿੱਖ ਸੰਗਤ ਨੂੰ, ਸਾਰੀ ਸੰਗਤ ਨੂੰ। ਠੀਕ ਹੈ ਮਾਲੀ ਸਾਹਿਬ, ਤੁਹਾਡਾ ਟੇਕ ਕੀ ਹੈ ਪਹਿਲਾਂ? ਕੇਪੀ ਜੀ, ਇਤਿਹਾਸ ਦਾ ਮਸਲਾ ਬਹੁਤ ਵੱਡਾ ਗੰਭੀਰ ਹੁੰਦਾ ਤੇ ਬਹੁਤ ਨਾਜ਼ੁਕ ਹੁੰਦਾ। ਇਹਨੂੰ ਇਸ ਰੂਪ ਦੇ ਵਿੱਚ ਨਹੀਂ ਲਿਆ ਜਾ ਸਕਦਾ ਕਿ ਇਹ ਸ਼ਬਦਾਂ ਦਾ ਹੇਰ-ਫੇਰ ਆ, ਸ਼ਬਦਾਂ ਦਾ ਹੇਰ-ਫੇਰ ਨਹੀਂ। ਪ੍ਰਧਾਨ ਮੰਤਰੀ ਸਾਹਿਬ ਇੱਕ ਅਜਿਹੇ ਹਾਕਮ ਨੇ ਭਾਰਤ ਦੇ ਵਿੱਚ ਆਏ ਜਿਨ੍ਹਾਂ ਨੇ ਕਦੇ ਕਿਸੇ ਨਾਲ ਗੱਲ ਨਹੀਂ ਕੀਤੀ, ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ, ਕਿਸੇ ਵੀ ਮਸਲੇ ਬਾਰੇ ਨਹੀਂ ਕੀਤਾ, ਨਾ ਕਿਸਾਨਾਂ ਨਾਲ ਕੀਤਾ, ਨਾ ਸਿੱਖਾਂ ਨਾਲ ਕੀਤਾ, ਤੇ ਨਾ ਉਹਨਾਂ ਨੇ ਕਰਨਾ। ਤੇ ਅੱਜ ਤੱਕ ਨਾ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਆ, ਕਿਉਂਕਿ ਉਹ ਕਿਹੜਾ ਕੋਈ ਸਵਾਲ ਸੁਣਨ ਦੇ ਆਦੀ ਆ। ਕੇਪੀ ਜੀ, ਮੈਂ ਤੁਹਾਨੂੰ ਯਾਦ ਕਰਾਉਣਾ, ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਉਦੋਂ ਰੇਡੀਓ ਤੋਂ ਇੱਕ ਪ੍ਰੋਗਰਾਮ ਹੁੰਦਾ ਸੀ ਦੇਸ਼ ਪੰਜਾਬ, ਤੇ ਉਦੋਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸ਼ਾਹ ਮੁਹੰਮਦ ਦਾ ਬੜਾ ਇਤਿਹਾਸ ਦੇ ਵਿੱਚ ਕੀਤਾ ਜਾਂਦਾ ਸੀ। ਕਾਂਗਰਸ ਪਾਰਟੀ ਆਈ, ਉਹਨੇ ਆਪਣੇ ਅਨੁਸਾਰ ਇਤਿਹਾਸ ਨੂੰ ਲਿਖਣ ਦੀ ਕੋਸ਼ਿਸ਼ ਕੀਤੀ, ਇਤਿਹਾਸ ਸਿਰਜਿਆ, ਇਤਿਹਾਸ ਲਿਖਿਆ ਉਹਨਾਂ ਨੇ। ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਕਿਤੇ ਜ਼ਿਕਰ ਹੈ 1849 ਦਾ, ਜਿਹੜੇ ਲੜੇ ਸੀ, ਜਿਹਨੂੰ ਗੁਲਾਮ ਬਣਾਇਆ, ਇਤਿਹਾਸ ਸਿਰਜਿਆ ਸੀ ਉੱਥੇ, ਅੰਗਰੇਜ਼ਾਂ ਦਾ ਮੂੰਹ ਭੰਨਿਆ ਸੀ। ਤੇ ਜਿਹੜਾ ਇਤਿਹਾਸ ਤੇ ਨਾਂ ਸੀ ਨਾ, ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਭਾਰਤ ਦਾ ਸੰਵਿਧਾਨ ਬਣਿਆ, ਇੰਡੀਆ ਦੇ ਨਾਲ ਭਾਰਤ ਸ਼ਬਦ ਪਵਾਇਆ ਗਿਆ।
ਜ਼ੋਰ ਦੇ ਕੇ ਪਵਾਇਆ ਗਿਆ, ਕਿਉਂਕਿ ਕਿਸੇ ਇਤਿਹਾਸ ਦੇ ਵਿੱਚ ਇਹ ਰਾਜਾ ਸੀ, ਭਾਰਤ ਰਾਜਾ ਸੀ। ਫਿਰ ਇੰਡੀਆ ਤੋਂ ਭਾਰਤ ਬਣਿਆ, ਹੁਣ ਭਾਰਤ ਤੋਂ ਹਿੰਦੁਸਤਾਨ ਬਣਾਇਆ ਜਾ ਰਿਹਾ, ਜਿਹੜਾ ਕਿਸੇ ਕਾਗਜ਼ਾਂ 'ਚ ਨਾ ਨਹੀਂ। ਠੀਕ ਆ, ਬਾਬਾ ਗੁਰੂ ਨਾਨਕ ਸਾਹਿਬ ਨੇ ਕਿਸੇ ਵੇਲੇ ਕਿਹਾ ਸੀ ਖੁਰਾਸਾਨ ਸਮਾਨਾ ਕਿਹਾ, ਹਿੰਦੁਸਤਾਨ ਡਰਾਇਆ। ਉਦੋਂ ਨਾ ਕੋਈ ਦੇਸ਼ ਸੀ, ਨਾ ਕੋਈ ਗੱਲ ਸੀ, ਨਾ ਬਾਤ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ, ਜਿਹੜੀ ਸਿੱਖ ਇਤਿਹਾਸ ਦੇ ਵਿੱਚ ਦਰਜ ਆ, ਸ੍ਰਿਸ਼ਟ ਦੀ ਚਾਦਰ, ਧਰਮ ਦੀ ਚਾਦਰ, ਉਹਨੂੰ ਹਿੰਦ ਦੀ ਚਾਦਰ ਬਣਾਤਾ। ਨਾ ਉਦੋਂ ਹਿੰਦ ਹੈ ਸੀ ਕੋਈ, ਨਾ ਮੁਲਕ ਸੀ, ਹੁਣ ਹਿੰਦੁਸਤਾਨ ਨਾਲ ਜੋੜਤਾ। ਜਿਹੜਾ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ, ਇਹ ਧਰਮ ਨੂੰ ਮੰਨਣ ਦੇ ਹੱਕ ਲਈ ਕੁਰਬਾਨੀਆਂ, ਇਹ ਧਰਮ ਨਹੀਂ ਬਦਲਾਂਗੇ ਅਸੀਂ, ਚਾਹੇ ਸਾਡਾ ਸੀਸ ਜਾਵੇ, ਜੋ ਕੁਝ ਜਾਵੇ। ਫਿਰ ਦਿਵਸ ਮਨਾਉਣ ਤੇ ਚਾਂਦਰਾਂ ਪਾਉਣੀਆਂ, ਇਹ ਕੋਈ ਬੜੀ ਸਿਆਣਪ ਵਾਲੀ ਗੱਲ ਨਹੀਂ ਹੈ। ਉਹ ਇਤਿਹਾਸ ਬਦਲ ਰਹੇ ਨੇ ਭਾਰਤ ਦਾ। ਇਤਿਹਾਸ ਬਦਲਣ ਦੇ ਵਿੱਚ ਉਹ ਕੁਝ ਗੱਲਾਂ ਸਿੱਖਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣਾ ਚਾਹੁੰਦੇ ਨੇ, ਕਾਂਗਰਸ ਮੁਕਤ ਭਾਰਤ। ਇਤਿਹਾਸ ਕਿੰਨਾ ਬਦਲਿਆ ਜਾ ਰਿਹਾ, ਉਹਦਾ ਇੱਕ ਯਤਨ ਇਹ ਹੋਇਆ। ਨਹੀਂ, ਜੇ ਤੁਸੀਂ ਮਾਲੀ ਸਾਹਿਬ ਇਹ ਕਹਿ ਰਹੇ ਹੋ ਕਿ ਕਾਂਗਰਸ ਦੀ ਲੈਗੇਸੀ ਹੈ ਜਿਹੜੀ ਨਹਿਰੂ ਨੂੰ, ਉਸ ਨੂੰ ਮਿਟਾਉਣਾ ਚਾਹੁੰਦੇ ਆ, ਤੇ ਕਾਂਗਰਸ ਕਿਉਂ ਚੁੱਪ ਹੈ, ਬੋਲਦੀ ਕਿਉਂ ਨਹੀਂ ਪਈ ਕਾਂਗਰਸ ਫਿਰ? ਨਹੀਂ, ਇਹ ਤਾਂ ਕਾਂਗਰਸ ਵਾਲੇ ਦੱਸ ਸਕਦੇ ਨੇ, ਪਰ ਜੋ ਕਿ ਤੁਹਾਡੇ ਸਾਹਮਣੇ ਆ ਰਿਹਾ, ਤੁਸੀਂ ਬਾਬਰੀ ਮਸਜਿਦ ਦਾ ਤੁਕ ਮਿਟਾਤਾ, ਹੁਣ ਮਖਰਾ ਦਾ ਸਵਾਲ ਸਾਹਮਣੇ ਲੈ ਕੇ ਆ ਰਹੇ ਹੋ, ਤੁਸੀਂ ਰੋਡ ਦੇ ਨਾਮ ਬਦਲ ਰਹੇ ਹੋ, ਸੜਕਾਂ ਦੇ ਨਾਮ ਬਦਲ ਰਹੇ ਹੋ। ਅੱਜ ਜਿਹੜੇ ਸਿੱਖ ਚਾਂਬੜਾ ਪਾਉਂਦੇ ਨੇ ਨਾ, ਜਦੋਂ ਫਿਰ ਦੂਜੇ ਇਹਨਾਂ ਦੇ ਨਾਮ ਬਦਲਣ ਵਾਲੇ ਯੁੱਗ ਆਇਆ, ਫਿਰ ਇਹ ਮੱਥੇ ਤੇ ਹੱਥ ਮਾਰ ਕੇ ਰੋਣਗੇ ਕਿ ਅਸੀਂ ਇਸ ਅਮਲ ਦਾ ਪਹਿਲਾ ਦਸਤਾ ਬਣੇ। ਚਲੋ, ਮੈਂ ਬਹੁਤ ਚੇਤ ਰੂਪ ਦੇ ਵਿੱਚ ਲੋੜ ਆ। ਹੁਣ ਐਵੇਂ ਕਹਿਣ ਦੀ ਗੱਲ, ਇਤਿਹਾਸ ਪੜਾਇਆ ਜਾਊ ਜੀ, ਕੁਰਬਾਨੀ ਪੜਾਈ ਜਾਊ ਜੀ, ਉਹਨਾਂ ਬਾਰੇ ਪਤਾ ਲੱਗੂ ਜੀ। ਪਹਿਲੀ ਗੱਲ ਤਾਂ ਹੁਣ ਤੱਕ ਲੋਕਾਂ ਨੂੰ ਇਹ ਕਿਉਂ ਨਹੀਂ ਪਤਾ, ਇਹ ਸਿੱਖ ਥਾਵਾਂ ਤੇ ਸਿੱਖ ਆਗੂ ਆਪਦੇ ਅੰਦਰ ਵੀ ਝਾਤੀ ਮਾਰਨ ਨਾ। ਚਲੋ, ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ। ਮਾਲੀ ਸਾਹਿਬ, ਤੁਸੀਂ ਬਹੁਤ ਗੰਭੀਰ ਸਵਾਲ ਚੁੱਕਦੇ ਪਏ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਬਾਕੀ ਮਹਿਮਾਨਾਂ ਕੋਲ ਵੀ ਜਾਣਾ। ਵੀਰਬਾਲ ਦਿਵਸ ਕੀ ਨੇ ਸਵਾਲ, ਅਸੀਂ ਸਵਾਲ ਹੀ ਪੁੱਛ ਰਹੇ ਹਾਂ, ਇਹਨਾਂ ਤੋਂ ਸੁਣਾਂਗੇ। ਵੈਸੇ ਤਾਂ ਇਹਨਾਂ ਨੇ ਇੱਕ ਮਤ ਦੇ ਵਿੱਚ ਇਹ ਕਹਿਤਾ ਕਿ ਮੀਡੀਆ ਵੱਲੋਂ ਇਤਰਾਜ਼ ਸ਼ਬਦ ਲਿਆਂਦਾ ਗਿਆ, ਪਰ ਇਤਰਾਜ਼ ਜੇ ਇਹਨਾਂ ਨੇ ਜਤਾਇਆ ਤਾਂ ਹੀ ਮੀਡੀਆ ਇਸ ਮੰਚ ਤੇ ਡਿਬੇਟ ਵੀ ਕਰਦਾ ਪਿਆ। ਵਾਪਸ ਆ ਰਿਹਾ। ਪ੍ਰਧਾਨ ਮੰਤਰੀ ਵੱਲੋਂ ਐਲਾਨ ਹੈ ਵੀਰਬਾਲ ਦਿਵਸ ਤੇ ਪੰਥਕ ਧਿਰਾਂ ਇੱਕ ਮਤ ਕਿਉਂ ਨਹੀਂ? ਗੁਰਤੇਜ ਸਿੰਘ ਜੀ, ਤੁਹਾਡਾ ਪਹਿਲਾ ਟੇਕ ਸਰ। ਮੈਂ ਸਵਾਲ ਕੋਈ ਨਹੀਂ ਕਰ ਰਿਹਾ ਸਰ, ਕਿਉਂਕਿ ਮੀਡੀਆ ਨੂੰ ਬਲੇਮ ਕਰ ਦੇਣਾ ਸਾਰਿਆਂ ਨੇ ਉਸ ਤੋਂ ਬਾਅਦ ਵੀ ਮੀਡੀਆ ਨੇ ਸਵਾਲ ਖੜਾ ਕੀਤਾ। ਸਵਾਲ ਚਾਹੇ ਆਪ ਖੜੇ ਕਰਨ ਸਾਰੇ। ਬੋਲੋ ਗੁਰਤੇਜ ਸਿੰਘ ਜੀ। ਨਹੀਂ, ਮੈਨੂੰ ਤਾਂ ਇਹ ਗੱਲ ਬਹੁਤ ਅੱਛੀ ਲੱਗੀ ਇਹਨਾਂ ਦੀ। ਸਿਰਫ ਇੰਨੀ ਗੱਲ ਹੈਗੀ ਕਿ ਇਸ ਨੂੰ ਹਿੰਦੁਸਤਾਨ, ਭਾਰਤ, ਸਿੱਖਾਂ ਤੱਕ ਇਸ ਨੂੰ ਸੀਮਤ ਨਹੀਂ ਕਰਨਾ ਚਾਹੀਦਾ। ਇਹ ਯੂਨੀਵਰਸਲ ਫਿਨੋਮਨਾ ਹੈ। ਇਹ ਜਿਹੜੀ ਸਿੱਖੀ ਹੈ, ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਦੀ ਜਾਂ ਦੂਸਰੀਆਂ ਸ਼ਹੀਦੀਆਂ ਹੋਈਆਂ ਨੇ, ਉਹ ਸੰਸਾਰ ਦੇ ਭਲੇ ਵਾਸਤੇ ਹੋਈਆਂ ਨੇ ਔਰ ਲੋਕਾਂ ਦੇ ਵਿੱਚੋਂ ਜਿਹੜਾ ਇਹ ਜ਼ੁਲਮ ਸਿਤਮ ਮਿਟਾਉਣ ਦੇ ਵਾਸਤੇ ਹੋਈਆਂ ਨੇ। ਇਹ ਕਿਸੇ ਇੱਕ ਮੁਲਕ ਵਾਸਤੇ, ਕਿਸੇ ਇੱਕ ਦੇਸ਼ ਵਾਸਤੇ, ਕਿਸੇ ਇੱਕ ਪੰਥ ਵਾਸਤੇ, ਸਿੱਖਾਂ ਵਾਸਤੇ ਵੀ ਨਹੀਂ ਹੋਈਆਂ। ਜੇ ਇਹਨਾਂ ਨੂੰ ਇਸ ਤਰ੍ਹਾਂ ਦਾ ਵਹਿਮ ਹੋਵੇ ਤਾਂ ਇਹ ਕਿਸੇ ਨੂੰ ਮੋਨੋਪੋਲਾਈਜ਼ ਨਹੀਂ ਕਰਨਾ ਚਾਹੀਦਾ, ਨਾ ਹੀ ਸਿੱਖਾਂ ਨੂੰ ਤੇ ਨਾ ਹੀ ਹਿੰਦੁਸਤਾਨ ਨੂੰ। ਇਹ ਇੱਕ ਯੂਨੀਵਰਸਲ ਫਿਨੋਮਨਾ ਹੈ ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਇਆ 10ਵੇਂ ਪਾਤਸ਼ਾਹ ਤੱਕ ਔਰ ਇਸ ਤੋਂ ਅਗਾਂਹ ਚੱਲਿਆ ਆ ਰਿਹਾ ਹੈ। ਉਸ ਦਾ ਜਿਹੜਾ ਉਹ ਪੱਖ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਬਾਕੀ ਤਾਂ ਬਹੁਤ ਵਧੀਆ ਗੱਲ ਹੈ ਔਰ ਇਹਦੇ ਵਿੱਚ ਇੱਕ ਡਿਸਟਿੰਕਸ਼ਨ ਇਹ ਕਰਨਾ ਚਾਹੀਦਾ ਹੈ ਕਿ ਉਹ ਇਹ ਨਹੀਂ ਕਹਿ ਰਹੇ ਕਿ ਜਵਾਹਰ ਲਾਲ ਨਹਿਰੂ ਦਾ ਜਿਹੜਾ ਮਨਾਉਂਦੇ ਸੀ ਉਸ ਨੂੰ ਇਸ ਤਰ੍ਹਾਂ ਬਾਲ ਦਿਵਸ ਮਨਾਉਣਾ ਹੈ। ਉਹ ਕਹਿ ਰਹੇ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਅਸੀਂ ਇੱਕ ਵੀਰ ਬਾਲ ਦਿਵਸ ਮਨਾਉਣਾ ਹੈ। ਉਹ ਸਾਹਿਬਜ਼ਾਦਿਆਂ ਨੂੰ ਬਾਲ ਨਹੀਂ ਕਹਿ ਰਹੇ, ਉਹ ਜਿਹੜੀ ਅਵਸਥਾ ਸੀ ਉਹਨਾਂ ਦੀ ਬਾਲਾਂ ਦੀ ਅਵਸਥਾ ਸੀ, ਤਾਂ ਉਸ ਦੇ ਨਾਲ ਜਿਹੜੇ ਇਨਸਪਾਇਰ ਹੋਣਗੇ ਬੱਚੇ ਉਹਨਾਂ ਦੀ ਗੱਲ ਕਰ ਰਹੇ ਹੈ। ਤੇ ਬਾਲ ਦਿਵਸ ਮਨਾਇਆ ਜਾ ਰਿਹਾ, ਇਹ ਕੋਈ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕਿ ਨਹਿਰੂ ਦਾ ਮਨਾਇਆ ਜਾਂਦਾ ਸੀ। ਸੋ ਇੰਨੀ ਗੱਲ ਇਹਨਾਂ ਨੂੰ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ। ਬਾਕੀ ਗੱਲ ਇਹ ਹੈਗੀ ਕਿ ਆਪਾਂ ਇਹ ਨਾ ਸੋਚੀਏ ਵੀ ਜਿੰਨੀ ਦੇਰ ਤੱਕ ਪੂਰਾ ਕਿਰਪਾਨਧਾਰੀ ਨਿਹੰਗ ਸਿੰਘ ਪ੍ਰਧਾਨ ਮੰਤਰੀ ਨਹੀਂ ਆਉਂਦਾ ਉਦੋਂ ਹੀ ਅਸੀਂ ਕਿਸੇ ਦੇ ਨਾਲ ਚੰਗੀ ਗੱਲ ਦੇ ਉੱਤੇ ਵੀ ਸਹਿਮਤੀ ਨਹੀਂ ਕਰਨੀ। ਇਹ ਇਸ ਦੇ ਨਾਲ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਸੰਸਾਰ ਪੱਧਰ ਦੇ ਉੱਤੇ ਵਿਚਾਰੀ ਜਾਏਗੀ। ਔਰ ਗੁਰਤੇਜ ਸਿੰਘ ਜੀ, ਥੋੜੇ ਸਮੇਂ ਬਾਅਦ ਜਿਹੜਾ ਮਿਸਟਰ ਮਾਲੀ ਨੇ ਸਵਾਲ ਚੁੱਕਿਆ ਗੁਰਤੇਜ ਸਿੰਘ ਜੀ, ਉਹ ਕਹਿੰਦੇ ਇਤਿਹਾਸ ਬਦਲਣ ਦੀ ਜਿਹੜੀ ਪ੍ਰਥਾ ਉਹ ਚਲਾਈ ਜਾ ਰਹੀ ਹੈ ਤੇ ਕਹਿੰਦੇ ਕੱਲ ਨੂੰ ਸਿੱਖ ਵੀ ਕਹਿਣਗੇ ਕਿ ਸਾਨੂੰ ਦਸਤਾ ਬਣਾਇਆ ਗਿਆ ਸੀਗਾ। ਇਹਦਾ ਕੋਈ ਜਵਾਬ ਹੈਗਾ ਗੁਰਤੇਜ ਸਿੰਘ ਜੀ? ਇਹਦੇ ਵਿੱਚ ਇਤਿਹਾਸ ਬਦਲਣ ਵਾਲੀ ਕਿਹੜੀ ਗੱਲ ਹੈ?
ਦੇਖੋ ਇਤਿਹਾਸ ਨਹੀਂ ਬਦਲਿਆ ਜਾ ਸਕਦਾ। ਹਾਂ। ਇਹ ਇਤਿਹਾਸ ਬਦਲਦੇ ਬਦਲਦੇ ਕਈ ਆਪੇ ਹੀ ਬਦਲ ਜਾਂਦੇ ਆ ਤੇ ਇਹ ਇਤਿਹਾਸ ਇਸ ਤਰ੍ਹਾਂ ਹੀ ਰਹਿੰਦਾ ਹੈ। ਇਹੋ ਜਿਹੀ ਕੋਸ਼ਿਸ਼ ਨਾ ਕਰਨੀ ਚਾਹੀਦੀ ਹੈ, ਨਾ ਹੀ ਹੁੰਦੀ ਹੈ ਤੇ ਨਾ ਹੀ ਕੋਈ ਕਰ ਸਕਦਾ ਹੈ। ਉਹ ਇਤਿਹਾਸ ਦੇ ਵਿੱਚ ਜਿਹੜਾ ਸੱਚ ਹੁੰਦਾ ਹੈ ਉਹ ਥੋੜਾ ਸਮੇਂ ਬਾਅਦ ਪ੍ਰਗਟ ਹੋ ਜਾਂਦਾ ਹੈ। ਹੁਣ ਮਾਲੀ ਸਾਹਿਬ ਨੇ ਆਪੇ ਹੀ ਦੱਸਤਾ ਕਿ ਜੀ 1849 ਦੀ ਗੱਲ ਨਹੀਂ ਕੀਤੀ। ਤੁਸੀਂ ਦੇਖੋ ਪਲਾਸੀ ਦੀ ਲੜਾਈ ਦੇ ਵਿੱਚ ਤੁਸੀਂ ਹਿੰਦੁਸਤਾਨ ਹਵਾਲੇ ਕਰਤਾ ਅੰਗਰੇਜ਼ਾਂ ਦੇ ਤੇ ਸਿਰਫ 22 ਮੌਤਾਂ ਹੋਈਆਂ ਉੱਥੇ। ਮਹਿਤਾ ਚੌਕ ਦੀ ਪੁਲਿਸ ਫਾਇਰਿੰਗ ਦੇ ਵਿੱਚ ਇਸ ਤੋਂ ਜ਼ਿਆਦਾ ਹੋ ਗਈਆਂ ਸੀ ਔਰ 22 ਆਦਮੀ ਮੈਦਾਨ ਦੇ ਵਿੱਚ ਮਰੇ ਅੰਗਰੇਜ਼ਾਂ ਦੇ ਤੇ ਸਾਰੇ ਹਿੰਦੁਸਤਾਨ ਦਾ ਰਾਜ ਤੁਸੀਂ ਉਹਨਾਂ ਨੂੰ ਸੌਂਪਤਾ। ਇੱਥੇ ਸ਼ਾਹ ਮੁਹੰਮਦ ਕਹਿੰਦਾ ਕੁਰਸੀ 4000 ਹੈ ਸਖਣੀ ਜੀ, 4000 ਅੰਗਰੇਜ਼ ਮਰੇ ਸੀ। ਹਾਹਾਕਾਰ ਮਚ ਗਈ ਸੀ ਪਾਰਲੀਮੈਂਟ ਦੇ ਵਿੱਚ ਕਿ ਕਿੱਥੇ ਤੁਸੀਂ ਇਹ ਪੰਗਾ ਲੈ ਲਿਆ ਸਿੱਖਾਂ ਦੇ ਨਾਲ। ਸੋ ਇਹ ਇਤਿਹਾਸ ਨਹੀਂ ਬਦਲੇ ਜਾਂਦੇ ਹੁੰਦੇ। ਉਹਨਾਂ ਨੇ ਬਦਲਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਅੱਜ ਵੀ ਸਾਡੇ ਸਾਹਮਣੇ ਉਹੀ ਗੱਲਾਂ ਆ ਰਹੀਆਂ ਨੇ। ਠੀਕ ਹੈ। ਵਿਕਰਮ ਜੀ, 14 ਨਵੰਬਰ ਨੂੰ ਚਿਲਡਰਨ ਡੇ ਬਾਲ ਦਿਵਸ ਮਨਾਇਆ ਜਾਇਆ ਕਰੇਗਾ ਜਾਂ ਉਹ ਬੰਦ ਕਰਤਾ ਤੁਸੀਂ? ਨਹੀਂ, ਜੋ ਪ੍ਰਧਾਨ ਮੰਤਰੀ ਜੀ ਨੇ ਕੱਲ ਅਨਾਉਂਸ ਕੀਤਾ 26 ਜਿਹੜਾ ਦਸੰਬਰ ਹੈ ਉਸ ਨੂੰ ਬਾਲ ਦਿਵਸ, ਵੀਰ ਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਊਗਾ। ਤੋ ਇਹ ਬਿਲਕੁਲ ਕਲੀਅਰ ਹੈ, ਇਹਦੇ 'ਚ ਕੋਈ ਇਦਾਂ ਦਾ ਕਹਿਣ ਦੀ ਲੋੜ ਹੀ ਹੈ ਨਹੀਂ ਜੀ। ਬਿਲਕੁਲ ਸ਼ਹੀਦੀ ਦਿਹਾੜੇ ਤੇ ਜੋ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਹਨੂੰ ਥੋੜਾ ਸਪਸ਼ਟ ਕਰ ਦਿਓ ਵਿਕਰਮ ਜੀ। ਮੈਂ ਚਾਹੁੰਦਾ ਸਾਡਾ ਦਰਸ਼ਕ ਸਮਝ ਸਕੇ ਜਿਹੜਾ ਦੇਖ ਰਿਹਾ ਹੈ ਪ੍ਰੋਗਰਾਮ। ਵਿਕਰਮ ਜੀ, 14 ਨਵੰਬਰ ਨੂੰ ਕੋਈ ਦਿਹਾੜਾ ਨਹੀਂ ਮਨਾਇਆ ਜਾਊਗਾ? ਨਹੀਂ, ਇਹਦੇ ਬਾਰੇ ਬਿਲਕੁਲ ਸਰਕਾਰ ਤੋਂ ਕਿਉਂਕਿ ਸਪਸ਼ਟ ਕਰਾਉਣਾ ਪੈਣਾ ਕਿ 14 ਨਵੰਬਰ ਦਾ ਜਿਹੜਾ ਕੀ ਕਰਨਾ ਹੈ। ਅਜੇ ਮੈਂ ਇਹਦੇ ਬਾਰੇ ਕਲੀਅਰ ਨਹੀਂ, ਮੈਂ ਐਵੇਂ ਤੁਹਾਨੂੰ ਕੋਈ ਬਿਨਾਂ ਤੱਥਾਂ ਤੋਂ ਵਿਕਰਮ ਜੀ ਫਿਰ ਸਵਾਲ ਪਤਾ ਕੀ ਹੈ ਵਿਕਰਮ ਜੀ? ਸਵਾਲ ਫਿਰ ਤੁਸੀਂ ਮੀਡੀਆ ਚੱਕ ਦੇਣਾ ਵੀ ਇਹ ਬਹਿਸ ਤੁਸੀਂ ਛੇੜੀ ਜਾਂਦੇ ਹੋ। ਅਸੀਂ ਤਾਂ ਇਸ ਬਾਰੇ ਪਹਿਲਾਂ ਪੁੱਛ ਰਹੇ ਹੋ ਤੁਹਾਡੀ ਸਥਿਤੀ ਕੀ ਹੈ। ਤੁਹਾਨੂੰ ਖੁਦ ਨੂੰ ਨਹੀਂ ਪਤਾ, ਹੀ ਦਰਸ਼ਕਾਂ ਨੂੰ ਕੀ ਦੱਸਾਂਗੇ ਫਿਰ? ਨਹੀਂ, ਮੈਂ ਤਾਂ ਹੀ ਕਿਹਾ ਜੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ। ਬਿਨਾਂ ਨੌਲੇਜ ਤੋਂ ਮੈਂ ਤੁਹਾਡੇ ਨਾਲ ਕੋਈ ਗੱਲ ਕਰ ਜਾਵਾਂ ਕੱਲ ਨੂੰ ਉਸ ਗੱਲ ਤੇ ਦਰਸ਼ਕ ਜਿਹੜੇ ਆ ਗੁੰਮਰਾਹ ਹੋਣ, ਮੈਂ ਬਿਲਕੁਲ ਐਸੀ ਕੋਈ ਗੱਲ ਨਹੀਂ ਕਰੂੰਗਾ। ਠੀਕ, ਸੋ ਬਿਲਕੁਲ। ਚਲੋ ਮਾਲੀ ਸਾਹਿਬ, ਫਿਰ ਤੁਸੀਂ ਨਹਿਰੂ ਵਾਲਾ ਸਵਾਲ ਕਿਉਂ ਖੜਾ ਕਰ ਲਿਆ? ਨਹਿਰੂ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਤੁਸੀਂ ਯਾਦ ਕਰੋ ਕੇਪੀ ਜੀ, ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀ, ਹੈਰਾਨੀ ਵੀ ਸੀ। ਉਹਦੇ ਵਿੱਚ ਸਾਹਿਬ ਸਿੰਘ ਦੇ ਬੇਟੇ ਨੇ ਕਰਾਇਆ ਸੀ, ਚੰਦੂ ਮਾਜਰਾ ਵੀ ਸੀ ਉਹਦੇ ਵਿੱਚ, ਜਿਹਦੇ ਵਿੱਚ ਮੰਗ ਇੱਥੋਂ ਸ਼ੁਰੂ ਹੋਈ ਸੀ ਕਿ 14 ਨਵੰਬਰ ਬਾਲ ਦਿਵਸ ਦੀ ਥਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਆ ਜਿਹੜਾ ਉਹਨੂੰ ਬਾਲ ਦਿਵਸ ਘੋਸ਼ਿਤ ਕੀਤਾ ਜਾਣਾ ਚਾਹੀਦਾ। ਇੱਕ ਪੜਾਅ ਨਾ ਤੁਹਾਡੀ ਸੇਧ ਕੀ ਆ ਉਹ ਦਰਸਾਉਂਦੀ ਆ। ਹੁਣ ਤੱਕ ਬਿਲਕੁਲ ਇਹੀ ਮੰਗ ਹੁੰਦੀ ਰਹੀ ਆ ਵੀ ਨਹਿਰੂ ਦੀ ਥਾਂ ਬਾਲ ਦਿਵਸ ਆ ਜਿਹੜਾ ਉਹ ਸਾਹਿਬਜ਼ਾਦਿਆਂ ਦਾ ਮਨਾਇਆ ਜਾਵੇ। ਇਹਦੇ ਵਿੱਚੋਂ ਠੀਕ ਹੈ ਪੋਜੀਸ਼ਨ ਨਹੀਂ ਕਲੀਅਰ ਕਰਦੇ, ਅੰਤਰਮ ਪੜਾਅ ਇਹ ਇੱਕ ਪੜਾਅ ਵੀ ਇੱਥੇ ਤੁਸੀਂ ਦੇਖੋ। ਇਸ ਤੋਂ ਬਾਅਦ ਤੁਸੀਂ ਗਾਹਾਂ ਵੇਖ ਲਾਂਗੇ ਕੀ ਕਰ ਲਾਂਗੇ। ਚਲੋ, ਸਾਨੂੰ ਖਵਾਜੇ ਦਾ ਗਵਾਹ ਡੱਡੂ ਬਣਨ ਦੀ ਥਾਂ ਸਾਨੂੰ ਸਾਰੇ ਪ੍ਰਸੰਗ ਨੂੰ ਤਾਂ ਦੇਖਣਾ ਚਾਹੀਦਾ ਨਾ ਜੀ ਵੀ ਇਹ ਸਰਕਾਰ ਕਰ ਕੀ ਰਹੀ ਆ, ਸਰਕਾਰ ਦੀ ਦਿਸ਼ਾ ਕਿਹੜੀ ਜਾ ਰਹੀ ਆ, ਮਤਲਬ ਕਿਹੋ ਜਿਹੇ ਫੈਸਲੇ ਲੈ ਰਹੀ ਆ। ਇਹ ਅਚਾਨਕ ਤਾਂ ਹੈ ਨਹੀਂ। ਅੱਜ ਕੁਝ ਦਿਨ ਪਹਿਲਾਂ ਮੈਂ ਪੰਜਾਬ ਤੋਂ ਜਿੰਦਾ ਵਾਪਸ ਆ ਗਿਆ ਤੇ ਉਦੋਂ ਸਾਰੇ ਮੁਲਕ ਦੇ ਵਿੱਚ ਕਿਹੜਾ ਪ੍ਰਵਚਨ ਸੱਜਿਆ ਗਿਆ? 84 ਯਾਦ ਕਰ ਲਓ। ਤੁਹਾਨੂੰ ਪਤਾ ਨਹੀਂ ਇਹ ਉਹਨਾਂ ਨੇ ਸਿਰਜਿਆ ਜਿਹੜਾ ਕਹਿੰਦੇ ਅਸੀਂ 84 ਦੇ ਖਿਲਾਫ ਚ ਸਾਡਾ ਤਾਂ ਹੱਥ ਹੈ ਨਹੀਂ, ਅਸੀਂ ਤਾਂ ਉਹਦੇ ਖਿਲਾਫ ਆ। ਉਹਨਾਂ ਵੱਲੋਂ ਇਹ ਪ੍ਰਵਚਨ ਸਿਰਜਿਆ ਗਿਆ ਪਿਛਲੇ ਦਿਨਾਂ ਚ ਹੁਣ ਆ ਜੀ। ਚਲੋ, ਤੁਸੀਂ ਸਾਰੇ ਐਪੀਸੋਡ ਜੋੜ ਕੇ ਦੇਖਦੇ ਪਏ ਹੋ ਮਾਲੀ ਸਾਹਿਬ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਅਮਰਜੀਤ ਚਾਵਲਾ ਕੋਲ ਜਾਊਂਗਾ। ਅਮਰਜੀਤ ਚਾਵਲਾ ਤੋਂ ਮੈਂ ਸਮਝਣ ਦੀ ਕੋਸ਼ਿਸ਼ ਕਰੂੰਗਾ ਕਿ ਐਸਜੀਪੀਸੀ ਇਸ ਮੁੱਦੇ ਤੇ ਕੀ ਕਰਨ ਜਾ ਰਹੀ ਹੈ। ਪੰਥਕ ਧਿਰਾਂ ਦੇ ਵਿਚਾਰ ਉਹ ਲੈ ਕੇ ਕਦੋਂ ਤੱਕ ਪ੍ਰਧਾਨ ਮੰਤਰੀ ਕੋਲ ਪਹੁੰਚਾਉਣਗੇ, ਉਹਨਾਂ ਦੀ ਗੱਲ ਕਿੰਨੀ ਸੁਣੀ ਜਾਊਗੀ, ਇਹ ਸਾਰੇ ਸਵਾਲ ਹੋਣੇ ਲਾਜ਼ਮੀ ਹੈ ਕਿ ਵਾਪਸ ਆ ਰਿਹਾ। ਪ੍ਰਧਾਨ ਮੰਤਰੀ ਵੱਲੋਂ ਐਲਾਨ ਹੈ ਵੀਰ ਬਾਲ ਦਿਵਸ ਤੇ ਪੰਥਕ ਧਿਰਾਂ ਇੱਕ ਮਤ ਕਿਉਂ ਨਹੀਂ। ਅਮਰਜੀਤ ਚਾਵਲਾ, ਜਿਵੇਂ ਮਿਸਟਰ ਮਾਲੀ ਤੁਹਾਨੂੰ ਯਾਦ ਕਰਾ ਰਹੇ ਸੀ, ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀ ਉੱਥੇ, ਇਹਦਾ ਕ੍ਰੈਡਿਟ ਕਿਸੇ ਨੂੰ ਦੇਣਾ ਚਾਹੀਦਾ ਜਾਂ ਨਹੀਂ? ਸ਼੍ਰੋਮਣੀ ਅਕਾਲੀ ਦਲ ਨੂੰ, ਦਿੱਲੀ ਕਮੇਟੀ ਨੂੰ, ਜਾਂ ਮਨਿੰਦਰ ਸਿੰਘ ਸਿਰਸਾ ਦੀ ਭਾਜਪਾ ਦੇ ਵਿੱਚ ਸ਼ਮੂਲੀਅਤ ਨੂੰ? ਮਿਸਟਰ ਚਾਵਲਾ, ਕਿਸ ਗੱਲ ਦਾ? ਜਿਹੜਾ ਅਨਾਉਂਸਮੈਂਟ ਦਾ? ਬਿਲਕੁਲ। ਦੇਖੋ, ਕ੍ਰੈਡਿਟ ਜਲਦੀ ਤਾਂ ਸਾਰੀ ਕ੍ਰੈਡਿਟ ਵਾਰ ਹੀ ਜਾਣਾ ਇਸ ਵੇਲੇ ਕਿਉਂਕਿ ਇਲੈਕਸ਼ਨਾਂ ਆਈਆਂ। ਇਹ ਅਨਾਉਂਸਮੈਂਟ ਇਸ ਮੌਕੇ ਤੇ ਜਿਹੜੀ ਹੋ ਰਹੀ ਆ ਹੋ ਤਾਂ ਸਾਰਾ ਕੁਝ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਸੀ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਪਿਛਲੇ ਦਿਨੀ ਪੰਜਾਬ ਆਏ ਸੀ, ਬਹੁਤ ਵੱਡੀਆਂ ਅਨਾਉਂਸਮੈਂਟਸ ਕਰਨੀਆਂ ਚਾਹੁੰਦੇ ਸੀ। ਉਹਨਾਂ ਦੀਆਂ ਅਨਾਉਂਸਮੈਂਟਸ ਵਿੱਚੇ ਰਹਿ ਗਈਆਂ, ਧਰੀਆਂ ਰਹਿ ਗਈਆਂ। ਉਹ ਇਸ ਵਾਸਤੇ ਉਹਨਾਂ ਨੇ ਕੋਈ ਨਾ ਕੋਈ ਉਹਨਾਂ ਨੂੰ ਕਿਸੇ ਨੇ ਇਹ ਮੌਕੇ ਤੇ ਕਿਸੇ ਚੰਗਾ ਸੁਝਾਅ ਦੇ ਦਿੱਤਾ ਹੋਣਾ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੀ ਕੱਲ, ਇਸ ਦਿਨ ਉੱਤੇ ਉਹਨਾਂ ਦੇ ਬੱਚਿਆਂ ਦੀ, ਉਹਨਾਂ ਦੀ ਸਾਹਿਬਜ਼ਾਦਿਆਂ ਦੀ ਜੋ ਸ਼ਹਾਦਤ ਹੈ
ਉਸ ਦਾ ਉਹਨਾਂ ਨੇ, ਕਿਉਂਕਿ ਸਭ ਤੋਂ ਇਹ ਬੜੀ ਅਦੁੱਤੀ ਤੇ ਬੇਮਿਸਾਲ ਸ਼ਹਾਦਤ ਹੈ। ਦੁਨੀਆ ਦੇ ਵਿੱਚ ਸ਼ਹਾਦਤਾਂ ਘੱਟ ਨਹੀਂ ਹੋਈਆਂ, ਹੋਰ ਤਾਂ ਕੌਮਾਂ ਨੇ ਬਹੁਤ ਕੀਤੀਆਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਦੀਆਂ ਸ਼ਹਾਦਤਾਂ ਜਿਹੜੀਆਂ ਉਹਨਾਂ ਦਾ ਕੋਈ ਜੋੜ ਅਜੇ ਤੱਕ ਨਹੀਂ ਮਿਲਿਆ। ਗੱਲ ਕੇਵਲ ਇੰਨੀ ਹੈ ਕਿ ਜਿਹੜਾ ਇਹਦੇ ਵਿੱਚ ਇਹ ਵਾਤਾਵਰਨ ਮਾਹੌਲ ਪੈਦਾ ਹੋ ਰਿਹਾ, ਉਹ ਇਸ ਵਾਸਤੇ ਹੋ ਰਿਹਾ ਕਿ ਪਿਛਲੇ 70-75 ਸਾਲ ਤੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਜਿਹੜੇ ਵਾਅਦੇ ਸਿੱਖਾਂ ਨਾਲ ਕੀਤੇ ਗਏ ਸੀ ਉਹ ਸਾਰੇ ਇਹਨਾਂ ਨੇ ਇੱਕਦਮ ਜਦੋਂ ਦੇਸ਼ ਆਜ਼ਾਦ ਹੋਇਆ 1948 ਵਿੱਚ ਜਰੈਮ ਪੇਸ਼ਾ ਕੌਮ ਕਰਾਰ ਦੇ ਕੇ ਇਹਨਾਂ ਨੇ ਸਾਰਾ ਕੁਝ ਪਾਣੀ ਫੇਰਤਾ ਸੀ। ਅਤੇ ਉਸ ਤੋਂ ਬਾਅਦ ਜੇ ਪੰਜਾਬ ਸੂਬੇ ਬਣੇ, ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਨਹੀਂ ਲੜਨਾ ਪਿਆ। ਜੇ ਕੋਈ ਸਾਨੂੰ ਹੋਰ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਮੁੜ ਕੇ ਆ ਗਈ, ਉਹਨਾਂ ਲਈ ਲੜਨਾ ਪਿਆ, ਪਾਣੀਆਂ ਲਈ ਲੜਨਾ ਪਿਆ, ਹੋਰਨਾਂ ਹੱਕਾਂ ਅਧਿਕਾਰਾਂ ਲਈ ਸਾਨੂੰ ਲੜਨਾ ਹੀ ਪਿਆ। ਅਤੇ ਸਾਡੀਆਂ ਕੁਰਬਾਨੀਆਂ, ਸਾਡਾ ਪਿਛੋਕੜ, ਸਾਡਾ ਵਿਰਸਾ ਉਹ ਤਾਂ ਪਿੱਛੇ ਹੀ ਰਹਿ ਰੂ ਗਿਆ। ਮੌਕੇ ਦੀਆਂ ਮੰਗਾਂ ਜਿਹੜੀਆਂ ਆ ਗਈਆਂ ਕਿਸੇ ਨੇ ਸੁਣੀਆਂ ਨਹੀਂ। ਅੱਜ ਵੇਖਿਆ ਜਾਵੇ ਤੇ ਕਿੰਨੇ ਦੇਰ ਬਾਅਦ ਅੱਜ ਇਸ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਯਾਦ ਆਈ, ਕਿਉਂਕਿ ਕਿੰਨੀ ਇੱਕ ਵੱਡੀ ਹਿਸਟਰੀ ਹੈ ਸਾਡੀ ਇਸ ਦੇਸ਼ ਦੀ ਆਜ਼ਾਦੀ ਲਈ, ਇਸ ਦੇਸ਼ ਦੇ ਸੰਘਰਸ਼ ਲਈ। ਕਿਉਂਕਿ ਇਹ ਨਹੀਂ ਕਿ ਅਸੀਂ ਕੋਈ ਆਪਾਂ ਜਾਤੀ ਦੀ ਮੈਂ ਗੱਲ ਕਰਦਾ, ਮੁਗਲਾਂ ਤੋਂ ਲੈ ਕੇ ਦੇਸ਼ ਲਈ ਲੜਦੇ ਆਏ ਆ, ਅੰਗਰੇਜ਼ਾਂ ਨਾਲ ਵੀ ਲੜਦੇ ਆਏ ਆ। ਅਮਰਜੀਤ ਚਾਵਲਾ ਜਿਹੜੀ ਤੁਸੀਂ ਹਿਸਟਰੀ ਦੱਸਦੇ ਪਏ ਹੋ, ਮੈਂ ਤੁਹਾਨੂੰ ਰੋਕਣਾ ਨਹੀਂ ਚਾਹੁੰਦਾ ਅਮਰਜੀਤ ਚਾਵਲਾ। ਹੁਣ ਮਸਲਾ ਇਹ ਹੈ ਕਿ ਤੁਸੀਂ ਅਕਾਲੀ ਦਲ ਹੈ ਜਿਹੜਾ ਬੀਜੇਪੀ ਨਾਲੋਂ ਵੱਖ ਹੈ, ਇਸ ਲਈ ਤੁਸੀਂ ਕੋਈ ਨਾ ਕੋਈ ਸਵਾਲ ਤਾਂ ਖੜਾ ਕਰਨਾ ਸੀ ਚਾਵਲਾ ਸਾਹਿਬ, ਕਿਤੇ ਇਹ ਮਸਲਾ ਤਾਂ ਨਹੀਂ? ਮੇਰੀ ਗੱਲ ਸੁਣ ਲਓ, ਧਿਆਨ ਨਾਲ ਮੇਰੀ ਗੱਲ ਸੁਣ ਲਓ। ਬੋਲੋ। ਤੁਸੀਂ ਕਾਹਲੇ ਨਾ ਪਾਓ ਤੁਸੀਂ ਵੀ। ਹਾਂ ਨਹੀਂ, ਅੱਜ ਮੈਂ ਬਹੁਤ ਠਰਮੇ ਚ ਹਾਂ ਚਾਵਲਾ ਸਾਹਿਬ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਇੱਕ ਸਾਡਾ ਸ਼ੰਕਿਆ ਵਾਲਾ ਵਾਤਾਵਰਨ ਮਾਹੌਲ ਬਣਿਆ ਹੋਇਆ ਹੈ। ਸਾਨੂੰ ਦੇਸ਼ ਦੇ ਇਹਨਾਂ ਸ਼ਾਸਕਾਂ ਦੇ ਭਰੋਸਾ ਹੀ ਸਾਡਾ ਤੋਂ ਚੁੱਕਿਆ ਹੋਇਆ ਕਿ ਇਹ ਲੋਕ ਜਿਹੜੇ ਆ ਕਿਤੇ ਸਿੱਖਾਂ ਨਾਲ ਕਿਤੇ ਇਨਸਾਫ ਕਰਨਗੇ। ਜੇ ਕਿਤੇ ਇਨਸਾਫ ਕਰਦੇ ਵੀ ਲੱਗਦੇ ਆ ਨਾ ਤੁਹਾਨੂੰ ਵੀ ਸ਼ਾਇਦ ਇੱਕ ਬੜੀ ਵੱਡੀ ਗੱਲ ਕਹਿਤੀ, ਉਹਦੇ ਵਿੱਚ ਸਾਨੂੰ ਇਹ ਵੇਖਣਾ ਪੈਂਦਾ ਕਿ ਇਹਦੇ ਪਿੱਛੇ ਇਹਨਾਂ ਦੀ ਕੀ ਚਾਲ ਹੈ। ਜਿਵੇਂ ਤੁਸੀਂ ਸਾਨੂੰ ਕਹਿ ਰਹੇ ਆ ਕਿ ਕਿਉਂ ਇਸ ਤਰ੍ਹਾਂ ਇੱਕ ਕ੍ਰੈਡਿਟ ਵਾਰ ਹੈ। ਆਪੇ ਤੁਸੀਂ ਗੱਲ ਕੀਤੀ ਆ ਕਿ ਸਿਰਸਾ ਕ੍ਰੈਡਿਟ ਲੈਣਾ ਚਾਹੁੰਦਾ, ਅਕਾਲੀ ਦਲ ਕ੍ਰੈਡਿਟ ਲੈਣਾ ਚਾਹੁੰਦਾ ਜਾਂ ਪ੍ਰਧਾਨ ਮੰਤਰੀ। ਆ ਗਈ ਨਾ ਗੱਲ। ਸ਼ੰਕਾ ਤੁਸੀਂ ਵੀ ਸਵਾਲ ਜਿਹੜਾ ਕੀਤਾ ਉਹ ਸ਼ੰਕਾਵਾਦੀ ਕੀਤਾ। ਨਹੀਂ ਸਵਾਲ ਠੀਕ ਸੀ ਮੇਰਾ ਚਾਵਲਾ ਸਾਹਿਬ, ਅੱਜ ਤਾਂ ਮੈਂ ਪੁੱਛ ਲੈਣਾ ਨਾ, ਅੱਜ ਮੈਨੂੰ ਪੁੱਛਣ ਦਾ ਹੱਕ ਦੇ ਦਿਓ। ਸਵਾਲ ਮੇਰਾ ਠੀਕ ਸੀ, ਨਹੀਂ ਤਾਂ ਮੈਂ ਸਵਾਲ ਚੇਂਜ ਕਰ ਲੈਣਾ। ਦੱਸੋ, ਕੋਈ ਗੱਲ ਨਹੀਂ। ਤੁਹਾਡਾ ਸਵਾਲ ਬਹੁਤ ਸੋਹਣਾ ਹੈ, ਲੇਕਿਨ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਤਾਂ ਪਹਿਲਾਂ ਕਲੀਅਰ ਕਰਤਾ ਕਿ ਅਸੀਂ ਤਾਂ ਵੈਲਕਮ ਕੀਤਾ। ਪ੍ਰਧਾਨ ਸਾਹਿਬ ਨੇ ਕਿਹਾ ਸਵਾਗਤ ਕਰਦੇ ਹਾਂ, ਸਿੰਘ ਸਾਹਿਬ ਨੇ ਸਟੇਜ ਤੋਂ ਪਟਨਾ ਸਾਹਿਬ ਤੋਂ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ, ਲੇਕਿਨ ਇਹਦੇ ਨਾਮ ਦੀ ਗੱਲ ਹੈ। ਉਹਨੂੰ ਹੁਣ ਜਿੰਨਾ ਕੋ ਆਪਾਂ ਵਧਾਉਣਾ ਹੈ ਉਹਨੂੰ ਵਧਾਵ ਲਈਏ, ਜਿੰਨੀ ਕੋਈ ਗੱਲਬਾਤ ਕਰਦੀ ਆ ਉਹ ਵੱਖਰੀ ਗੱਲ ਹੈ ਕਿ ਮੀਡੀਆ ਦੇ ਵਿੱਚ ਥੋੜਾ ਜਿਹਾ ਕਈ ਵਾਰ ਮਸਾਲਾ ਮਸੂਲਾ ਲੱਗੇ, ਉਹ ਤਾਂ ਹੀ ਕਰਾਰਾ ਪਾਜਾ ਸਵਾਲ ਨਹੀਂ ਮਿਸਟਰ ਚਾਵਲਾ, ਕੋਈ ਮਸਾਲੇ ਵਾਲਾ ਮਸਲਾ ਨਹੀਂ ਹੈਗਾ। ਇਹ ਬਹੁਤ ਵੱਡਾ ਮਸਲਾ ਹੈਗਾ, ਇਸ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ। ਮੇਰਾ ਇੱਕ ਸਵਾਲ ਹੋਰ ਹੈ ਮਿਸਟਰ ਚਾਵਲਾ, ਜੇ ਇਸ ਨੂੰ ਇੱਕ ਮਿੰਟ ਚਾਵਲਾ ਸਾਹਿਬ ਮੇਰੀ ਗੱਲ ਹਾਂ ਬੋਲੋ। ਅਸੀਂ ਕਲੀਅਰ ਕਰਤਾ, ਤੁਸੀਂ ਕਿਹਾ ਸੀ ਕਿ ਇਹਦੇ ਲਈ ਕਿਵੇਂ ਹੋ ਸਕਦਾ, ਅਸੀਂ ਕਲੀਅਰ ਕਰਤਾ ਕਿ ਇਹਦੇ ਲਈ ਪ੍ਰਧਾਨ ਮੰਤਰੀ ਨੂੰ ਪਹਿਲ ਕਰਨੀ ਚਾਹੀਦੀ ਆ। ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਹੇ ਰਾਹੀਂ, ਚਾਹੇ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪ੍ਰਮੁੱਖ ਸੰਸਥਾ ਹੈ ਔਰ ਸਦੀਆਂ ਪੁਰਾਣੀ ਉਹ ਅਗਵਾਈ ਕਰਦੀ ਆ ਰਹੀ, ਉਹਦੇ ਰਾਹੀਂ ਉਹ ਇਸ ਗੱਲ ਦੀ ਉਹਨੂੰ ਖੁਦ ਚਾਹੀਦਾ ਵੀ ਦੱਸੋ ਇਹਦਾ ਕੀ ਹੱਲ ਚਾਹੁੰਦੇ ਆ। ਸਿੱਖ ਜਿਹੜੀ ਸਾਡੀ ਸੰਸਥਾ ਹੈ ਉਹ ਸਿੱਖਾਂ ਦੇ ਤੇਜ ਸਿੰਘ ਕਰਕੇ ਕਿਤੇ ਜ਼ਿਆਦਾ ਸੂਝਵਾਨ ਵਿਅਕਤੀ ਸਾਡੇ ਵਿੱਚ ਬੈਠੇ ਆ, ਮਾਲੀ ਜੀ ਬੈਠੇ ਆ। ਇਹਨਾਂ ਲੋਕਾਂ ਦੀ ਬੜੀ ਇਸ ਗੱਲਾਂ ਉੱਤੇ ਬੜੀ ਗੰਭੀਰ ਇਹਨਾਂ ਦੀ ਸਟੱਡੀ ਹੈ। ਇਹਨਾਂ ਸਾਰਿਆਂ ਲੋਕਾਂ ਦੇ ਵਿਚਾਰ ਲੈ ਕੇ ਅਸੀਂ ਕੋਈ ਹੱਲ ਕੱਢ ਦੇਵਾਂਗੇ ਨਾ। ਚਲੋ ਬਹੁਤਾ ਵੱਡਾ ਮਸਲਾ। ਵਿਕਰਮ ਜੀ, ਇਸ ਨੂੰ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਨਾਲ ਜੋੜ ਕੇ ਸਮਝਣਾ ਚਾਹੀਦਾ ਸਾਨੂੰ, ਤੁਸੀਂ ਕਿਵੇਂ ਸਮਝਾਓਗੇ ਇਹਨੂੰ? ਮੈਂ ਸਾਰੇ, ਕਿਉਂਕਿ ਜਿੰਨੇ ਵੀ ਤਿੰਨੋਂ ਬਾਕੀ ਬੁਲਾਰੇ ਆ ਮੇਰੇ ਤੋਂ ਬੜੇ ਸੀਨੀਅਰ ਨੇ, ਮੇਰੇ ਜਿਨ੍ਹਾਂ ਨੇ ਬਹੁਤ ਕੁਝ ਦੇਖਿਆ ਹੋਇਆ, ਇਤਿਹਾਸ ਨੂੰ ਬੜਾ ਨੇੜਿਓਂ ਵਾਚਿਆ, ਪਰ ਜਿੰਨਾ ਕੁ ਮੈਂ ਜਾਣਦਾ ਜਾਂ ਜਿੱਥੋਂ ਤੱਕ ਮੈਂ ਦੇਖਿਆ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਸਾਡੀ ਸਿੱਖ ਕੌਮ ਹੈ, ਜੋ ਇਹਨੇ ਕੁਰਬਾਨੀਆਂ ਕੀਤੀਆਂ ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਤੋਂ ਬਾਅਦ, ਉਸ ਦੇ ਵਿੱਚ ਬਿਲਕੁਲ ਠੀਕ ਹੈ ਕਿ ਸ਼ਾਸਕਾਂ ਨੇ ਸਾਡੇ ਨਾਲ ਹਮੇਸ਼ਾ ਧਰੋਹ ਕਮਾਇਆ, ਚਾਹੇ ਉਹ 84 ਦੇ ਰੂਪ 'ਚ 84, ਕਿਉਂਕਿ ਮੈਂ ਉਹ ਦੇਖਿਆ ਹੋਇਆ, ਮੈਂ ਉਹ ਬਹੁਤ ਕੁਝ ਉਹਦੇ 'ਚ ਵੇਖਿਆ। ਉਸ ਤੋਂ ਬਾਅਦ 84 ਤੋਂ ਬਾਅਦ ਜਿਹੜਾ ਦੌਰ ਚੱਲਿਆ ਉਹ ਵੀ ਸਾਰਾ ਵੇਖਿਆ, ਉਸ ਸਮੇਂ ਮੈਨੂੰ ਚੰਗੀ ਸੰਭਾਲ ਸੀ। ਪਰ ਅੱਜ ਉਹ ਠੀਕ ਹੈ, ਉਹ ਸਾਰੇ ਲੋਕਾਂ ਨੇ ਜੋ ਕੀਤਾ
ਪਰ ਅੱਜ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸਾਨੂੰ ਨੇੜੇ ਲਾ ਕੇ ਸਾਡੇ ਨਾਲ ਸਾਡੇ ਜਿਹੜੇ ਬੜੇ ਲੰਬੇ ਸਮੇਂ ਤੋਂ ਲਟਕੇ ਆ ਰਹੇ ਮਸਲੇ ਸੀ, ਅਸੀਂ ਅਰਦਾਸ ਕਰਦੇ ਸੀ ਕਿ ਸਾਡੇ ਜਿਹੜੇ ਗੁਰੂ ਧਾਮ ਹੈ ਉਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ, ਕਰਤਾਰਪੁਰ ਸਾਹਿਬ ਦਾ ਲਾਂਘਾ ਕਰਨਾ, ਸਿੱਖਾਂ ਦੀ ਜਿਹੜੀ ਕਾਲੀ ਮੇਰੇ ਇੱਕ ਸਵਾਲ ਹੈ ਵਿਕਰਮ ਜੀ, ਮੇਰਾ ਇੱਕ ਸਵਾਲ ਹੈ ਵਿਕਰਮ ਜੀ, ਅੱਜ ਮੈਂ ਤੁਹਾਨੂੰ ਰੋਕ ਬਹੁਤ ਘੱਟ ਰਿਹਾ ਵਿਕਰਮ ਜੀ, ਮੇਰਾ ਇੱਕ ਸਵਾਲ ਹੈ ਵਿਕਰਮ ਜੀ, ਸਿਰਫ ਜਿਹੜੇ ਫੈਸਲੇ ਆ ਸੈਂਟੀਮੈਂਟਸ ਵਾਲੇ ਹੋ ਰਹੇ ਆ, ਆਰਥਿਕ ਪੱਧਰ ਤੇ, ਮਾਲੀ ਪੱਧਰ ਤੇ, ਵਪਾਰਕ ਪੱਧਰ ਤੇ, ਜਿਨ੍ਹਾਂ ਪੰਜਾਬ ਨੂੰ, ਜਿਨ੍ਹਾਂ ਸਿੱਖ ਭਾਈਚਾਰੇ ਨੂੰ, ਪੰਜਾਬੀਅਤ ਨੂੰ ਕੋਈ ਹੁਲਾਰਾ ਮਿਲੇ, ਉਹ ਫੈਸਲਾ ਕੋਈ ਹੈਗਾ ਸਰ? ਉਹ ਦੱਸ ਦਿਓ ਜੇ ਕੋਈ ਹੈਗਾ ਤਾਂ। ਇਹ ਸਾਰੇ ਸੈਂਟੀਮੈਂਟਸ ਵਾਲੇ ਫੈਸਲੇ ਆ ਸਰ, ਮਾਫ ਕਰਨਾ ਮੈਂ ਸਵਾਲ ਕਰ ਰਿਹਾ। ਮੈਂ ਉਸੇ ਗੱਲ ਤੇ ਆਉਣ ਲੱਗਿਆ, ਪ੍ਰਧਾਨ ਮੰਤਰੀ ਬਿਲਕੁਲ ਜਿਹੜੇ ਜੋ ਵੀ ਕੰਮ ਕਰ ਰਹੇ ਸੀ, ਜੇ ਕਿਉਂਕਿ ਜੋ ਉਸ ਦਿਨ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਅਨਾਉਂਸ ਕਰਨਾ ਸੀ, ਉਹਦੇ ਨਾਲ ਪੰਜਾਬ ਨੂੰ ਕਾਫੀ ਵੱਡੇ ਹਲਾਰੇ ਮਿਲਨੇ ਸੀ, ਕਾਫੀ ਵੱਡੇ ਕਈ ਕੁਝ ਲੈ ਕੇ ਆ ਰਹੇ ਸੀ ਸਰ। ਵਰਚੁਅਲ ਪਹਿਲਾਂ ਕਦੇ ਕੀਤੇ ਨਹੀਂਗੇ ਸਰ, ਹੁਣ ਕਰ ਦਿਓ ਵਰਚੁਅਲ, ਜੇ ਉੱਥੋਂ ਵਾਪਸ ਮੁੜ ਕੇ ਮਤਲਬ ਐਲਾਨ ਬੰਦ ਹੋ ਜਾਣਗੇ ਸਰ। ਜੇ ਚੋਣ ਕਮਿਸ਼ਨ ਦੇ ਵੱਲੋਂ ਆਗਿਆ ਲੈ ਦਿਓ ਜੀ, ਹੁਣ ਕਰ ਦਿੰਨੇ ਆ ਸਰ। ਉਦੋਂ ਹੀ ਕਿਉਂ ਨਹੀਂ ਕਰ ਸਕੇ ਤੁਸੀਂ? ਵਿਕਰਮ ਜੀ, ਜੇ ਆਪਾਂ ਸੋਚ ਲਿਆ ਫਿਰ ਉਦੋਂ ਨਹੀਂ ਕਰ ਦੋ ਨਾ ਤੁਸੀਂ। ਹਾਂਜੀ, ਜੇ ਆਪਾਂ ਸੋਚ ਲਿਆ ਉਸ ਦਿਨ ਹੀ ਐਲਾਨ ਕਰ ਸਕਦੇ ਸੀਗੇ। ਅੱਜ ਤੁਸੀਂ ਚੋਣ ਜ਼ਾਬਤੇ ਵਾਲਾ ਸਵਾਲ ਖੜਾ ਕਰ ਰਹੇ ਹੋ। ਉਸ ਦਿਨ ਜੋ ਹੋਇਆ ਠੀਕ ਹੈ, ਉਹਦੇ ਤੇ ਵਿਚਾਰ ਕਰਦੇ ਆ, 2 ਦਿਨ ਲੱਗੇ, ਪਰ ਜੋ ਕਰ ਸਕਦੇ ਸੀ ਬਿਲਕੁਲ ਉਹ ਹੋਣਾ ਸੀਗਾ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬਿਲਕੁਲ ਵਿਸ਼ਵਾਸ ਦਿਵਾਉਣਾ ਕਿ ਪੰਜਾਬ ਦੇ ਭਲੇ ਦੇ ਲਈ, ਪੰਜਾਬ ਦੇ ਵਿਕਾਸ ਦੇ ਲਈ, ਪੰਜਾਬ ਦੇ ਬ੍ਰੇਨ ਡਰੇਨ ਨੂੰ ਰੋਕਣ ਦੇ ਲਈ ਪੂਰੀਆਂ ਪਾਲਿਸੀਜ਼ ਨੇ, ਉਹ ਪਾਲਿਸੀ ਲੈ ਕੇ ਆਵਾਂਗੇ। ਸਿੱਖ ਕੌਮ ਦੇ ਜਿਹੜੇ ਬਾਕੀ ਕੰਮ ਹੈ ਉਹਨਾਂ ਤੇ ਕਿਸ ਢੰਗ ਦੇ ਨਾਲ ਅੱਗੇ ਕੰਮ ਨੂੰ ਵਧਾਇਆ ਜਾਵੇ, ਉਹ ਵੀ ਸਾਡੇ ਕੋਲ ਪੂਰੀਆਂ ਪਾਲਿਸੀ ਤਿਆਰ ਹੈ। ਮੈਂ ਬਿਲਕੁਲ ਇੱਥੋਂ ਇਹ ਕਹਿਣੀ ਚਾਹੂੰਗਾ ਕਿ ਜੋ ਅੱਜ ਇਸ਼ੂ ਹੈ ਉਹਦੇ ਲਈ ਕੋਈ ਕ੍ਰੈਡਿਟ ਵਾਰ ਨਹੀਂ ਹੈਗੀ, ਕਿਉਂਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੀ ਕੋਈ ਕ੍ਰੈਡਿਟ ਕੋਈ ਵੀ ਲੈ ਨਹੀਂ ਸਕਦਾ। ਅਸੀਂ ਤੋਂ ਨਤਮਸਤਕ ਹੋ ਸਕਦੇ ਹਾਂ, ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾ ਸਕਦੇ ਹਾਂ, ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ। ਵਿਕਰਮ ਜੀ, ਇਹ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਫੈਸਲੇ ਲਏ ਜਾ ਸਕਦੇ ਆ, ਚੋਣ ਜ਼ਾਬਤੇ ਤੋਂ ਬਾਅਦ ਵੀ ਤੁਸੀਂ ਉਹਨਾਂ ਵੱਲ ਜਾਓਗੇ। ਮੇਰਾ ਸਵਾਲ ਹੈ ਵਿਕਰਮ ਜੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਚੋਣ ਜ਼ਾਬਤਾ ਅੜਿੱਕਾ ਤੁਹਾਡੇ ਅੱਗੇ? ਬਿਲਕੁਲ ਜੀ, ਜੇ ਮੈਂ ਉਹੀ ਗੱਲ ਤੇ ਆਉਣ ਲੱਗਿਆ, ਕਈ ਫੈਸਲੇ ਸੀ ਜਿਹੜੇ ਬਿਲਕੁਲ ਸਾਡੇ ਸਿੱਖ ਕੌਮ ਦੇ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਸੀ। ਸਰ ਮੈਂ ਪੁੱਛ ਰਿਹਾ, ਚੋਣ ਜ਼ਾਬਤਾ ਅੜਿੱਕਾ ਸਰ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਚੋਣ ਜ਼ਾਬਤਾ ਅੜਿੱਕਾ ਸਰ ਵਿਕਰਮ ਜੀ? ਬਿਲਕੁਲ ਜੀ, ਮੈਨੂੰ ਲੱਗਦਾ ਕਿ ਇਹਦੇ ਬਾਰੇ ਕਿਤੇ ਨਾ ਕਿਤੇ ਕੋਈ ਪੇਚ ਫਸ ਸਕਦਾ, ਪਰ ਜੇ ਨਹੀਂ ਹੈਗਾ ਤਾਂ ਆਉਣ ਵਾਲੇ ਦਿਨਾਂ 'ਚ ਉਹ ਫੈਸਲਾ ਵੀ ਹੋ ਜਾਊਗਾ। ਕਿਸੇ ਨੇ ਪ੍ਰਧਾਨ ਮੰਤਰੀ ਜੀ ਨੂੰ ਇਹ ਜਿਹੜਾ ਕੱਲ ਫੈਸਲਾ ਲਿਆ ਉਹਦੇ ਲਈ ਕਿਹਾ ਸੀ, ਕਿਸੇ ਨੇ ਬਿਲਕੁਲ ਨਹੀਂ ਕਿਹਾ। ਜੋ ਫੈਸਲੇ ਹੋਣ ਵਾਲੇ ਆ ਸਿੱਖ ਕੌਮ ਦੇ ਭਲੇ ਲਈ, ਜੋ ਫੈਸਲੇ ਆ ਬਿਲਕੁਲ ਦਲੇਰੀ ਨਾਲ ਲਏ ਜਾਣਗੇ, ਉਹਨਾਂ ਤੋਂ ਕਿਤੇ ਪਿੱਛੇ ਨਹੀਂ ਹਟਿਆ ਜਾਊਗਾ। ਵਿਕਰਮ ਜੀ, ਸਵਾਲ ਇਹ ਵੀ ਆਇਆ ਸੀਗਾ, ਪ੍ਰਧਾਨ ਮੰਤਰੀ ਜੀ ਸਲਾਹ ਕਿਉਂ ਨਹੀਂ ਲੈਂਦੇਗੇ? ਜੇ ਸਿੱਖ ਜਥੇਬੰਦੀਆਂ ਹੈਗੀਆਂ, SGPC ਹੈ, ਦਿੱਲੀ ਕਮੇਟੀ ਹੈ, ਜਾਂ ਪਟਨਾ ਸਾਹਿਬ ਦੀ ਹੈ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ, ਇਹ ਜਿਹੜੇ ਸਿੱਖ ਇੰਸਟੀਚਿਊਟ ਹੈਗੇ ਆ, ਉਹਨਾਂ ਤੋਂ ਸਲਾਹ ਕਿਉਂ ਨਹੀਂ ਮੰਗੀ ਜਾਂਦੀਗੀ? ਸਵਾਲ ਤਾਂ ਇਹੀ ਹੈ। ਮਿਸਟਰ ਮਾਲੀ ਨੇ ਵੀ ਸਵਾਲ ਚੁੱਕਿਆ ਸੀ। ਨਹੀਂ, ਤੁਹਾਨੂੰ ਇਹ ਕਿਹਨੇ ਕਿਹਾ ਜੀ? ਕੀ ਪਤਾ ਉਹਨਾਂ ਇੰਸਟੀਚਿਊਟ ਨਾਲ ਸਲਾਹ ਕੀਤੀ ਹੋਵੇ ਜੀ? ਆ ਬੈਠੇ ਆ ਚਾਵਲਾ ਜੀ ਉਹਨਾਂ ਨੇ ਕੀ ਪਤਾ ਸਲਾਹ ਕੀਤੀ ਹੋਵੇ? ਮੈਂ ਪੁੱਛ ਰਿਹਾ ਵਿਕਰਮ, ਤੁਹਾਡੇ ਸਾਹਮਣੇ ਪੁੱਛ ਰਿਹਾ ਵਿਕਰਮ ਜੀ, ਤੁਹਾਡੇ ਸਾਹਮਣੇ ਪੁੱਛ ਰਿਹਾ। ਜਥੇਦਾਰ ਸਾਹਿਬ ਨੇ ਇਹੀ ਸਵਾਲ ਚੁੱਕਿਆ ਨਾ ਸਰ। ਦੇ ਨਾਮ ਲਏ ਆ, ਤੁਸੀਂ ਇਸ ਗੱਲ ਨੂੰ ਉਲਝਾਓ ਨਾ। ਮੈਂ ਉਹੀ ਗੱਲ ਕਹਿ ਰਿਹਾ ਕਿ ਠੀਕ ਹੈ, ਸ਼੍ਰੋਮਣੀ ਕਮੇਟੀ ਨਾਲ ਗੱਲ ਨਹੀਂ ਹੋ ਸਕਦੀ, ਬਾਕੀ ਦਿੱਲੀ ਸ਼੍ਰੋਮਣੀ ਕਮੇਟੀ ਬੈਠੀ ਆ, ਹੋਰ ਬੈਠੇ ਆ, ਉਹਨਾਂ ਚੋਂ ਕਿਸੇ ਨਾਲ ਹੋ ਸਕਦਾ ਗੱਲ ਹੋਈ ਹੋਵੇ। ਇਸ ਵਿਸ਼ੇ ਨੂੰ ਆਪਾਂ ਇਸ ਵਿਸ਼ੇ ਵਾਲੇ ਪਾਸੇ ਲੈ ਕੇ ਨਾ ਜਾਈਏ। ਆਪਾਂ ਸਮਝ ਲਈਏ ਨਾ ਸਰ, ਸਮਝ ਲਈ, ਤੁਹਾਡੇ ਸਾਹਮਣੇ ਬੈਠੇ ਸਾਰੇ। ਚਾਵਲਾ ਸਾਹਿਬ, ਜਥੇਦਾਰ ਸਾਹਿਬ ਨੇ ਇਹ ਸਵਾਲ ਚੁੱਕਿਆ ਵੀ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਗਈ। ਮਿਸਟਰ ਮਾਲੀ ਵੀ ਇਹ ਸਵਾਲ ਚੁੱਕਦੇ ਪਏ ਆ। ਵਿਕਰਮ ਜੀ ਕਹਿੰਦੇ ਹੋ ਸਕਦਾ ਕਿਤੇ ਗੱਲਬਾਤ ਹੋਈ ਹੋਵੇ, ਸਾਨੂੰ ਡਿਬੇਟ ਨੂੰ ਉਧਰ ਨਹੀਂ ਲਿਜਾਣਾ ਚਾਹੀਦਾਗਾ। ਚਲੋ ਬਿਲਕੁਲ ਕੋਈ ਗੱਲ ਨਹੀਂ, ਇਕੱਲੇ ਸਿਰਸਾ ਜੀ ਨਾਲ ਹੋ ਗਈ ਹੋਵੇ ਮੈਂ ਕਹਿ ਨਹੀਂ ਸਕਦਾ। ਇਹ ਕਿਤੇ ਕੋਈ ਗੱਲ ਨਹੀਂ ਹੋਈ ਸੰਸਥਾਵਾਂ ਨਾਲ। ਜਥੇਦਾਰ ਅਕਾਲ ਤਖਤ ਸਾਹਿਬ ਨੇ ਓਪਨਲੀ ਸਟੇਜ ਤੋਂ ਕਿਹਾ, ਪ੍ਰਧਾਨ ਸਾਹਿਬ ਨੇ ਮੀਡੀਆ ਦੇ ਸਾਹਮਣੇ ਹੋ ਕੇ ਕਿਹਾ, ਸਾਡੀ ਗੱਲ ਓਪਨਲੀ ਕੀਤੀ, ਕਿਸੇ ਨਾਲ ਵੀ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ। ਇਹ ਨਾ ਕਰਦੇ ਕਿਆ, ਇਹ ਤਾਂ ਸਿਰਫ ਉਹ ਗੱਲ ਤੁਹਾਡੇ ਲਈ ਆ ਸਕਦਾ ਐਕਚੁਅਲ ਤਾਂ ਥੋੜੀ ਨਹੀਂ। ਚਾਵਲਾ ਸਾਹਿਬ, ਤੁਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ? ਬਸ ਮੇਰੀ ਇੱਕ ਗੱਲ ਦਾ ਜਵਾਬ ਦਿਓ। ਜੇ ਫੈਸਲਾ ਗਲਤ ਹੈ, ਤੁਹਾਨੂੰ ਲੱਗਦਾ ਹੈ ਫੈਸਲਾ ਪ੍ਰਧਾਨ ਮੰਤਰੀ ਨੇ ਗਲਤ ਕੀਤਾ, ਇਹਦੇ ਲਈ ਜੇ ਇਸ ਗੱਲ ਦਾ ਜਵਾਬ ਦਿਓ ਜੀ। ਸਾਹਿਬ, ਮੈਂ ਪਹਿਲਾਂ ਕਿਹਾ ਗਿਆ ਸੀ ਤੁਹਾਨੂੰ ਕੀ ਦੇਣਾ? ਇਸ ਗੱਲ ਤੇ ਆਪਾਂ ਨੂੰ ਇਸ ਸੁਣ ਲਈਏ ਨਾ, ਆਪਾਂ ਚੀਮਾ ਸੁਣ ਲਈਏ, ਤੁਸੀਂ ਸਵਾਲ ਕਰ ਰਹੇ ਹੋ, ਜਵਾਬ ਲੈ ਲਿਆ ਚਾਹੀਦਾ। ਜੇ ਕੋਈ ਸਾਡੀ ਕੌਮ ਲਈ ਚੰਗਾ ਕੰਮ ਕਰ ਰਿਹਾ, ਉਹਦੇ ਲਈ ਸਾਨੂੰ ਸਵਾਗਤ ਕਰਨਾ ਚਾਹੀਦਾ। ਵਿਕਰਮ ਜੀ, ਹਾਂ, ਜੇ ਉਹਦੇ ਨਾਲ ਵਿਕਰਮ ਜੀ ਆਪਾਂ ਜਵਾਬ ਲੈ ਲਈਏ ਨਾ, ਵਿਕਰਮ ਜਵਾਬ ਲੈ ਲਈਏ, ਆਪਾਂ ਤੁਸੀਂ ਸਵਾਲ ਖੜਾ ਕਰ ਲਿਆ, ਆਪਾਂ ਜਵਾਬ ਲੈ ਲਈਏ ਹੁਣ ਚਾਵਲਾ ਜੀ ਤੋਂ। ਬੋਲੋ ਚਾਵਲਾ ਜੀ। ਵਿਕਰਮ ਜੀ ਗੱਲ ਸੁਣੋ, ਗੱਲਾਂ ਬੜੀਆਂ ਗੰਭੀਰ ਨੇ। ਅੱਜ ਪ੍ਰਧਾਨ ਮੰਤਰੀ ਸਾਹਿਬ, ਮੈਂ ਮੇਰਾ ਅਖਬਾਰ 'ਚ ਬਿਆਨ ਪੜ੍ਹੋ, ਮੈਂ ਲਿਖਿਆ, ਪ੍ਰਧਾਨ ਮੰਤਰੀ ਸਾਹਿਬ ਦੇਰ ਆਏ ਦਰੁਸਤ ਆਏ ਦੇ ਉਸ ਕਥਨ ਦੇ ਮੁਤਾਬਕ ਕੰਮ ਕਰ ਰਹੇ ਆ। ਕਿਸਾਨਾਂ ਦਾ ਫੈਸਲਾ, ਤੁਸੀਂ ਕਿਸਾਨਾਂ ਦੇ ਆਗੂ ਆ, 1 ਸਾਲ ਲਈ ਕਿਸ ਗੱਲ ਲਈ ਸੜਕਾਂ ਦੇ ਬਾਹਰ ਰੱਖਿਆ? ਕਿਹੜੀ ਗੱਲੋਂ ਕੀਤਾ? ਚੋਣਾਂ ਕਿਸੇ ਨਾਲ ਗੱਲ ਕੀਤੀ?
ਇੱਕ ਜਦੋਂ ਜਿਨ੍ਹਾਂ ਨਾਲ ਮੀਟਿੰਗਾਂ ਕਰਦੇ ਨੇ ਉਦੋਂ ਫੈਸਲਾ ਨਹੀਂ ਕੀਤਾ, ਹਾਂ ਜਦੋਂ ਫੈਸਲਾ ਕੀਤਾ ਉਦੋਂ ਮੀਟਿੰਗ ਕੋਈ ਨਹੀਂ ਕੀਤੀ। ਹਾਂ ਚਲੋ ਦੇਖੋ ਨਾ, ਫੈਸਲਾ ਕਰਕੇ ਚਲੋ ਫੈਸਲਾ ਕਿਸੇ ਗੱਲ ਨਹੀਂ ਕਰਦੇ। ਮੈਂ ਚਾਵਲਾ ਸਾਹਿਬ एक मिनट विक्रम जी आप थोड़ा रुक जाइए, विक्रम जी आप रुक जाइए थोड़ा, मैं थोड़ा ब्रेक लेके वापस आऊंगा। बाकी मेहमाना कोल माली साहब आ रहे हैं, गुरतेज सिंह जी आ रहे हैं। सवाल की है, सवाल है ਜਿਹੜੇ आपस ਵਿੱਚ जुड़े ਤਾਂ ਨਹੀਂ ਹੋਏਗੇ। ਕਿਸਾਨ ਅੰਦੋਲਨ, ਇਸ ਤੋਂ ਬਾਅਦ ਇਹ ਸੁਰੱਖਿਆ ਵਾਲਾ ਮੁੱਦਾ ਪੰਜਾਬ ਦੇ ਵਿੱਚ ਤੇ ਹੁਣ ਇਲੈਕਸ਼ਨ, ਇਹ ਸਵਾਲਾਂ ਦਾ ਆਪਸ ਵਿੱਚ ਕੋਈ ਕਨੈਕਸ਼ਨ ਤਾਂ ਨਹੀਂ ਹੈਗਾ। ਇਸ ਕਰਕੇ ਸਵਾਲ ਤਾਂ ਨਹੀਂ ਕਿਤੇ ਆ ਰਹੇ। ਇਤਰਾਜ਼ ਵਾਲਾ ਸ਼ਬਦ ਇਸ ਕਰਕੇ ਤਾਂ ਨਹੀਂ ਕਿਤੇ ਆ ਰਿਹਾ, ਕਹਿ ਰਹੇ ਮੀਡੀਆ ਨੇ ਬਣਾਇਆ, ਮੀਡੀਆ ਨੇ ਨਹੀਂ ਬਣਾਇਆ। ਇਤਰਾਜ਼ ਵਾਲਾ ਸ਼ਬਦ ਜੇ ਆ ਰਿਹਾ ਉਹਦੇ ਸਵਾਲ ਵੀ ਹੋਣਗੇ। ਵਾਪਸ ਆ ਰਿਹਾ प्रधानमंत्री वाला ऐलान है वीर बाल दिवस से पंथक तेरा एक मत क्यों नहीं। मिस्टर माली अपनी गल फटाफट पूरी करियो प्लीज। मैं आ रहा गुरतेज सिंह जी। ਸਾਡਾ ਇਤਿਹਾਸ ਵਰਤਮਾਨ ਤੇ ਭਵਿੱਖ ਜੁੜੇ ਹੁੰਦੇ ਨੇ। ਜੇ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਦੇਗਾ। ਜੋ ਚਾਵਲਾ ਸਾਹਿਬ ਨੇ ਗੱਲਾਂ ਕੀਤੀਆਂ ਨੇ, ਕਾਂਗਰਸ ਸਰਕਾਰ ਨੇ ਬੇਇਨਸਾਫੀਆਂ ਤੇ ਜ਼ੁਲਮ ਕੀਤੇ ਨੇ, ਉਹ ਸਾਰਿਆਂ ਦੇ ਸਾਹਮਣੇ ਆ। ਪਰ ਹਰ ਜ਼ੁਲਮ ਦੇ ਕੁਹਾੜੇ ਦਾ ਦਸਤਾ ਕੌਣ ਬਣਦਾ ਰਿਹਾ? ਪੰਜਾਬੀ ਬੋਲੀ ਤੋਂ ਮੁੱਕਰੇ ਕੌਣ, ਜਿਨ੍ਹਾਂ ਕਰਕੇ ਪੰਜਾਬ ਨੂੰ ਮੁੜ ਵੰਡਣ ਦਾ ਮੌਕਾ ਮਿਲਿਆ? ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿਸਨੇ ਕਿਹਾ ਕਿ ਇੰਦਰਾ ਗਾਂਧੀ ਝਿਜਕ ਰਹੀ ਸੀ? ਅਸੀਂ ਤਾਂ ਦਬਾਅ ਪਾਇਆ ਤਾਂ ਇਸ ਪਾਸੇ ਤੁਰੇ। ਇਹ ਜਿਹੜੀਆਂ ਫੌਜਾਂ ਨੇ ਜਿਨ੍ਹਾਂ ਦੇ ਅਸੀਂ ਸ਼ੁਕਰਗੁਜ਼ਾਰ ਕਰ ਰਹੇ ਹਾਂ, ਕੋਈ ਇੱਕ ਮੌਕਾ ਦੱਸੋ ਕਿਸੇ ਮਸਲੇ ਤੇ ਜਿੰਨੀਆਂ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ ਨੇ, ਇਹ ਮੂਹਰੇ ਮਹਰੈਲ ਰਹੇ ਨੇ, ਉਹਦੇ ਪੂਰੀ ਤਰ੍ਹਾਂ ਸੁਲਤਾਨੀ ਗਵਾਹ ਬਣਦੇ ਰਹੇ ਨੇ, ਕੁਹਾੜਾ ਰਹੇ ਨੇ। ਇਹ ਗੱਲ ਨੂੰ ਸਮਝਣ ਦੀ ਲੋੜ ਆ। ਦੂਜੀ ਗੱਲ ਕੀਤੀ ਜੀ, ਦੇਖੋ ਸ਼ਹੀਦੀ ਸਭਾ ਹੁੰਦੀ ਸੀ, ਉਦੋਂ ਬਾਅਦ ਸ਼ਹੀਦੀ ਜੋੜ ਮੇਲਾ ਬਣ ਗਿਆ। ਜਦੋਂ ਤੁਸੀਂ ਨਾਂ ਬਦਲਦੇ ਨੇ ਉਹਦੇ ਨਾਲ ਬਹੁਤ ਕੁਝ ਬਦਲਦਾ। ਹੁਣ ਸ਼ਹੀਦੀ ਜੋੜ ਮੇਲ ਕਿਹਾ ਜਾਂਦਾ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ, ਸਾਕਾ ਸਰਹੰਦ ਦਾ ਸਾਡਾ ਤਾਂ ਸਾਡੇ ਤਾਂ ਘੱਲੂ ਘਾਰੇ ਨੇ। ਸਾਡਾ ਇਤਿਹਾਸ ਆ ਇੱਕ, ਸਾਡਾ ਉਹ ਇਤਿਹਾਸ ਆ ਜਿਹੜਾ ਉਹ ਸਾਡੇ ਰੂਪ ਚ ਕਿਉਂ ਨਹੀਂ ਅਪਣਾਇਆ ਜਾਂਦਾ? ਉਹਨੂੰ ਉਸ ਰੂਪ ਚ ਅੱਗੇ ਕਿਉਂ ਨਹੀਂ ਵਧਾਇਆ ਜਾਂਦਾ? ਠੀਕ ਹੈ ਮਾਲੀ ਸਾਹਿਬ, ਅੱਜ ਤੁਹਾਡੇ ਸਾਹਮਣੇ ਕਹਿਣਾ 1 ਮਿੰਟ ਚ, ਅੱਧੇ ਮਿੰਟ ਚ, ਇਹ ਜਦੋਂ ਵਾਰ ਵੀਰ ਦਿਵਸ ਦੀ ਵਿਆਖਿਆ ਆਈ ਨਾ, ਉਦੋਂ ਗੁਰਤੇਜ ਸਿੰਘ ਹੋਣੀ ਫੇਰ ਕਹਿਣਗੇ ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਉਹਦਾ ਮਕਸਦ ਆ ਸਾਰੀਆਂ ਸੰਸਥਾਵਾਂ ਨੂੰ ਨਕਾਰਾ ਸਾਬਤ ਕਰਨਾ, ਆਪਣੇ ਆਪ ਨੂੰ ਸਹੀ ਸਾਬਤ ਕਰਨਾ। ਫੈਸਲੇ ਨਾ ਉਹਨੇ ਸਿੱਖਾਂ ਨਾਲ ਗੱਲ ਕਰਨੀ ਆ, ਨਾ ਉਹਨੇ ਕਿਸਾਨਾਂ ਨਾਲ ਗੱਲ ਕਰਨੀ ਆ, ਨਾ ਉਹਨੇ ਕਦੇ ਲੋਕਾਂ ਨਾਲ ਗੱਲ ਕੀਤੀ ਆ, ਨਾ ਉਹਨੇ ਪੱਤਰਕਾਰਾਂ ਨਾਲ ਕੀਤੀ ਆ। ਚਲੋ ਮੈਂ ਗੁਰਤੇਜ ਸਿੰਘ ਤੋਂ ਸਵਾਲ, ਗੁਰਤੇਜ ਸਿੰਘ ਜੀ ਇੱਕ ਸਵਾਲ ਇਹ ਵੀ ਆ ਰਿਹਾ ਕਿ ਵੀਰ ਬਾਲ ਦਿਵਸ ਦੀ ਵਿਆਖਿਆ ਕਰਾਂਗੇ ਤਾਂ ਫਿਰ ਉਹਦੇ ਵਿੱਚ ਬੜੇ ਸਵਾਲ ਖੜੇ ਹੋਣਗੇ। ਮਿਸਟਰ ਮਾਲੀ ਕਹਿ ਰਿਹਾ, ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਕਿਸੇ ਪਬਲਿਕ ਪਲੇਟਫਾਰਮ ਤੇ ਚਰਚਾ ਵਿੱਚ ਚੱਲ ਰਿਹਾ ਕਿ ਵੀਰ ਬਾਲ ਦਿਵਸ ਇਹਦੇ ਵਿੱਚ ਕਹਿੰਦੇ ਪੰਜਾਬੀ ਦਾ ਕੋਈ ਸ਼ਬਦ ਹੈਗਾ, ਇਹ ਸਵਾਲ ਵੀ ਖੜਾ ਹੋ ਰਿਹਾ। ਇਹ ਗੁਰਤੇਜ ਸਿੰਘ ਜੀ ਇਸ ਮਸਲੇ ਦਾ ਹੱਲ ਤਾਂ ਕੱਢੋ ਨਾ, ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਬੈਠੋ, ਗੱਲ ਕਰੋ, ਗੱਲ ਮੁਕਾਓ। ਇਹ ਕਿਹੜੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਬੈਠਦੀਆਂ ਨੇ? ਕਦੇ ਕਿਸੇ ਨੇ ਆਪਸ ਦੇ ਵਿੱਚ ਸਲਾਹ ਕੀਤੀ ਹੈ? ਅੱਜ ਜਿਹੜਾ 10 ਮਿੰਟ ਦਾ ਸਟੇਟਮੈਂਟ ਹੈ ਆਪਣੇ ਗਿਆਨੀ ਹਰਪ੍ਰੀਤ ਸਿੰਘ ਦਾ ਪਟਨਾ ਸਾਹਿਬ ਤੋਂ ਦਿੱਤਾ ਹੋਇਆ, ਜਿਸ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਇਹ ਸਟੇਟਮੈਂਟ ਦੇ ਵਿੱਚ ਕਮ ਸੇ ਕਮ 5 ਵੱਡੀਆਂ ਗਲਤੀਆਂ ਨੇ। ਇਹ ਸੋਚ ਰਹੇ ਆ ਵੀ ਇਹਨਾਂ ਕੋਲੋਂ ਸਲਾਹ ਲੈ ਕੇ ਤੇ ਉਹ ਠੀਕ ਫੈਸਲਾ ਕਰ ਲੈਣਗੇ। ਪਹਿਲੀ ਗਲਤੀ ਇਹ ਹੈ ਕਿ ਕਹਿੰਦੇ ਆ ਜੀ 10ਵੇਂ ਪਾਤਸ਼ਾਹ ਨੇ ਬੀੜ ਤਲਵੰਡੀ ਸਾਬੋ ਦੇ ਵਿੱਚ ਸੰਪੂਰਨ ਕੀਤੀ। 1675 ਦੀ ਭਾਈ ਹਰਦਾਸ ਦੀ ਲਿਖੀ ਹੋਈ ਬੀੜ ਸਾਡੇ ਕੋਲੇ ਮੌਜੂਦ ਹੈ, ਜਿਹਦੇ ਵਿੱਚ ਸਾਰੇ ਨੌਵੇਂ ਪਾਤਸ਼ਾਹ ਦੇ ਨੌਵੇਂ ਮਹੱਲੇ ਦੇ ਸਾਰੀ ਬਾਣੀ ਚੜਾਈ ਹੋਈ ਹੈ। ਤੇ ਕਿਉਂ ਇਹ ਖਾਮਖਾ ਇੱਕ ਅਫਵਾਹ ਦੇ ਪਿੱਛੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ? ਇਹੋ ਜਿਹੇ ਵੱਡੇ ਬੰਦੇ ਨੂੰ ਇਹ ਗੱਲ ਕਰਨੀ ਚਾਹੀਦੀ ਹੈ। ਦੂਸਰੀ ਗੱਲ ਇਹ ਕਹਿੰਦੇ ਨੇ ਜੀ ਉਹ ਗੁਰੂ ਸਾਹਿਬ ਨੇ ਗੁਰੂ ਨੂੰ ਉੱਥੇ ਗੁਰਗੱਦੀ ਦਿੱਤੀ। ਇਹ ਬਿਲਕੁਲ ਠੀਕ ਹੈ, ਗੁਰਗੱਦੀ ਦਿੱਤੀ, ਲੇਕਿਨ ਗੁਰਬਾਣੀ ਕੋਲੇ ਤਾਂ ਗੁਰਗੱਦੀ ਪਹਿਲੇ ਦਿਨ ਤੋਂ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਪਹਿਲੇ ਪਾਤਸ਼ਾਹ ਤੋਂ ਸ਼ੁਰੂ ਹੋ ਜਾਂਦਾ ਹੈ। ਤੀਸਰੇ ਪਾਤਸ਼ਾਹ ਦਾ ਫਰਮਾਨ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ। ਉਸ ਤੋਂ ਪਹਿਲਾਂ ਪਹਿਲੇ ਪਾਤਸ਼ਾਹ ਕਹਿ ਚੁੱਕੇ ਨੇ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਇਹਦੇ ਵਿੱਚ ਵੀ ਉਹਨਾਂ ਨੂੰ ਕਲੈਰੀਫਾਈ ਕਰਨਾ ਚਾਹੀਦਾ ਸੀ ਕਿ ਕੀ ਕਹਿ ਰਹੇ ਨੇ, ਉਹ ਕਿਉਂ ਕਹਿ ਰਹੇ ਨੇ। ਤੀਸਰੀ ਜਿਹੜੀ ਉਹਨਾਂ ਦੀ ਵੱਡੀ ਗਲਤੀ ਹੈ ਕਿ ਨਾਦਰ ਸ਼ਾਹ ਤੇ ਉਸ ਤੋਂ ਅਹਿਮਦ ਸ਼ਾਹ ਤੇ ਉਸ ਤੋਂ ਬਾਅਦ ਇਹ ਹਮਲੇ ਹੀ ਨਹੀਂ ਹੋਏ। ਹਮਲੇ ਤਾਂ 1765 ਤੱਕ ਹੁੰਦੇ ਰਹੇ ਆ, 1800 ਤੱਕ ਹੁੰਦੇ ਰਹੇ ਆ। ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਗੁਰਤੇਜ ਸਿੰਘ ਜੀ, ਪ੍ਰਧਾਨ ਮੰਤਰੀ ਨੇ ਜੋ ਫੈਸਲਾ ਕਰ ਲਿਆ, ਜੋ ਐਲਾਨ ਕਰਤਾ, ਉਹਨ ਤੇ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ?
ਮੈਂ ਇਹ ਨਹੀਂ ਕਹਿੰਦਾ ਕਿੰਤੂ ਨਹੀਂ ਕਰਨਾ ਚਾਹੀਦਾ, ਕਿੰਤੂ ਇਹ ਇੱਕ ਚੱਲਦੇ ਰਹਿੰਦੇ ਆ, ਗੱਲਾਂ ਕਰੀ ਜਾਓ। ਲੇਕਿਨ ਸਵਾਲ ਇਹ ਹੈਗਾ ਕਿ ਇਸ ਲਫ਼ਜ਼ ਦਾ, ਇਸ ਦਿਨ ਦਾ ਨਾਂ ਪੰਜਾਬੀ ਦੇ ਵਿੱਚ ਹੋਣਾ ਕਿਉਂ ਜ਼ਰੂਰੀ ਹੈ? ਕਿਉਂ ਨਾ ਹੋਵੇ ਕਿਸੇ ਹੋਰ ਬੋਲੀ ਦੇ ਵਿੱਚ ਜਿੱਥੇ ਸਾਰਾ ਹਿੰਦੁਸਤਾਨ ਸਮਝੇ। ਦੂਸਰੀ ਗੱਲ ਮੈਂ ਇਹ ਕਹਿਣਾ ਕਿ ਤੁਸੀਂ ਫੈਸਲਾ ਨਹੀਂ ਕਰ ਰਹੇ, ਇਹ ਸਿੱਖ ਫੈਸਲਾ ਨਹੀਂ ਕਰ ਰਹੇ ਕਿ ਜੀ ਇਹ ਬਾਲ ਦਿਵਸ ਮਨਾਇਆ ਜਾਣਾ ਚਾਹੀਦਾ। ਇਹ ਕੋਈ ਬਾਹਰ ਦਾ ਆਦਮੀ ਜਿਹੜਾ ਆਪਣੇ ਆਪ ਨੂੰ ਸ਼ਰਧਾ ਪ੍ਰਗਟ ਕਰਨਾ ਚਾਹੁੰਦਾ ਉਹ ਕਰ ਰਿਹਾ ਹੈ। ਜਿਹੜੇ ਲੋਕ ਹਨਗੇ, ਵਣਜਾਰੇ ਹਨਗੇ ਆਂਧਰਾ ਪ੍ਰਦੇਸ਼ ਦੇ, ਉਹ ਆਉਂਦੇ ਨੇ ਉੱਥੇ ਹਜ਼ੂਰ ਸਾਹਿਬ ਆ ਕੇ ਮੱਥਾ ਟੇਕਦੇ ਨੇ, ਔਰ ਜਿਸ ਤਰ੍ਹਾਂ ਉਹ ਟੋਲੀਆਂ ਬਣਾ ਕੇ ਗੀਤ ਗਾਉਂਦੇ ਆਉਂਦੇ ਨੇ, ਸਤਿਗੁਰ ਆਇਓ ਸਰਨ ਤੁਮਾਰੀ, ਉਹ ਨਜ਼ਾਰਾ ਕਿਸੇ ਨੇ ਦੇਖਿਆ? ਗੁਰਤੇਜ ਸਿੰਘ ਜੀ ਫਿਰ ਇੱਕ ਸਵਾਲ ਮੈਨੂੰ ਹੋਰ ਕਰ ਲੈਣਾ ਗੁਰਤੇਜ ਸਿੰਘ ਜੀ, ਹੋ ਸਕਦਾ ਇਸ ਸਵਾਲ ਤੇ ਸਾਡੇ ਦਰਸ਼ਕ ਵੀ ਮੇਰੇ ਤੇ ਔਖੇ ਹੋ ਜਾਣ। ਗੁਰਤੇਜ ਸਿੰਘ ਜੀ, ਜੇ ਤੁਹਾਡੇ ਵਰਗੇ ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਲੱਗਦਾਗਾ, ਜੇ ਮਾੜੇ ਮੋਟੇ ਕਿੰਤੂ ਹੈਗੇ, ਤੁਸੀਂ ਕਹਿੰਦੇ ਗਾਹ ਸੁਲਝਾਏ ਵੀ ਜਾ ਸਕਦੇ ਗੁਰਤੇਜ ਸਿੰਘ ਜੀ, ਫਿਰ ਤਾਂ ਇਮੀਡੀਏਟਲੀ ਇਹ ਡਿਸੀਜਨ ਆਉਣਾ ਚਾਹੀਦਾ ਸੀਗਾ, ਪ੍ਰਧਾਨ ਮੰਤਰੀ ਸਾਹਿਬ ਨੂੰ ਸੱਦ ਕੇ ਸਰੋਪਾ ਦੇ ਰਹੇ ਆ, ਸਨਮਾਨਿਤ ਕਰ ਰਹੇ ਆ, ਉਹਨਾਂ ਨੂੰ ਸਨਮਾਨ ਕਰ ਰਹੇ ਆ, ਫਿਰ ਤਾਂ ਇਹ ਆਉਣਾ ਚਾਹੀਦਾ ਸੀਗਾ। ਨਹੀਂ ਦੇਖੋ, ਇਹ ਤਾਂ ਇਹਨਾਂ ਦੀ ਮਰਜ਼ੀ ਹੈ, ਜੋ ਇਹ ਕਰਦੇ ਨੇ ਇਹ ਕਰਨ, ਸਾਡੇ ਦਾ ਕੋਈ ਇਹਦੇ ਨਾਲ ਤਲਕ ਨਹੀਂ। ਇਹਨਾਂ ਨੂੰ ਇਹ ਪੁੱਛੋ ਕਿ ਜਦੋਂ ਇਹ ਐਲਾਨ ਕਰਦੇ ਨੇ ਕਿ ਜੀ ਇਹ ਅਕਾਲੀ ਦਲ ਨੂੰ ਸਾਰਿਆਂ ਨੂੰ ਸ਼ਾਮਲ ਹੋ ਜਾਣਾ ਚਾਹੀਦਾ, ਉਦੋਂ ਇਹ ਕਿਉਂ ਨਹੀਂ ਪੁੱਛਦੇ ਕਿ ਅਕਾਲੀ ਦਲ ਕਿਉਂ ਕੰਮ ਨੂੰ ਛੱਡ ਗਿਆ? ਬਾਰ-ਬਾਰ ਇਹੋ ਜਿਹੀਆਂ ਗੱਲਾਂ ਇੱਕ ਪਾਸੇ ਦੀਆਂ ਕਰਦੇ ਨੇ। ਜਿਹੜਾ ਸਾਰਿਆਂ ਤੋਂ ਵੱਡਾ ਇਤਰਾਜ਼ ਮੈਨੂੰ ਹੈਗਾ ਇਹਨਾਂ ਦੀ, ਜੋ ਇਹਨਾਂ ਨੇ ਗਿਆਨੀ ਜੀ ਨੇ ਬਿਆਨ ਦਿੱਤਾ ਹੈ, ਉਹ ਕਹਿੰਦੇ ਆ ਜੀ ਭਗਵਾਂ ਭੇਖ ਲਾਉਣ ਦੀ ਲੋੜ ਨਹੀਂ। ਇਹ ਕਿੱਥੇ ਲਿਖਿਆ? ਇਹ ਜਿਹੜੇ ਇਹਨਾਂ ਨੇ ਕਿਹਾ ਪੰਜ ਬੰਦੇ ਉਹਨਾਂ ਨੇ ਭੇਜੇ 10ਵੇਂ ਪਾਤਸ਼ਾਹ ਨੇ ਕਾਸ਼ੀ ਦੇ ਵਿੱਚ ਸਟੱਡੀ ਕਰਨ ਵਾਸਤੇ, ਕਿੱਥੇ ਲਿਖਿਆ? ਇਹ 1800 ਤੋਂ ਬਾਅਦ ਆ ਕੇ ਗਿਆਨੀ ਗਿਆਨ ਸਿੰਘ ਨੇ ਉਸ ਵੇਲੇ ਲਿਖਿਆ ਹੈ। ਗੁਰਤੇਜ ਸਿੰਘ ਜੀ, ਇਹਦੇ ਵੱਖਰੀ ਡਿਬੇਟ ਹੋ ਸਕਦੀ ਹੈ, ਤੁਸੀਂ ਜੱਜਦਾਰ ਸਾਹਿਬ ਜਿਹੜੇ ਤੁਹਾਡੇ ਇਤਰਾਜ਼ ਹੈ ਗੁਰਤੇਜ ਸਿੰਘ, ਵੱਖਰੀ ਡਿਬੇਟ ਹੋ ਸਕਦੀ ਹੈ। ਮੈਨੂੰ ਮੈਂ ਇਹ ਗੱਲ ਨਹੀਂ ਪਤਾ। ਨਹੀਂ ਗੁਰਤੇਜ ਸਿੰਘ ਜੀ, ਇੱਕ ਮਿੰਟ ਮਿਸਟਰ ਚਾਵਲਾ ਆ ਰਿਹਾ ਮੈਂ। ਗੁਰਤੇਜ ਸਿੰਘ ਜੀ, ਆਪਾਂ ਪੁਆਇੰਟ ਤੇ ਰਹੀਏ ਨਾ ਵੀ ਜਥੇਦਾਰ ਸਾਹਿਬ ਤੇ ਇਤਰਾਜ਼ ਹੈ ਜਾਂ ਪ੍ਰਧਾਨ ਮੰਤਰੀ ਤੇ ਇਤਰਾਜ਼ ਹੈ? ਮੈਂ ਜਥੇਦਾਰ ਸਾਹਿਬ ਤੇ ਇਤਰਾਜ਼ ਹੈ, ਜਿਹੜੀਆਂ ਉਹ ਗੱਲਾਂ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜੀ ਇਹਨਾਂ ਕੋਲੋਂ ਸਲਾਹ ਲੈ ਲਓ, ਕਿਹਦੇ ਕੋਲੋਂ ਸਲਾਹ ਲੈ ਲੈਣ? ਇਹ ਜਿਹੜੇ ਚਾਵਲਾ ਜੀ ਬੈਠੇ ਨੇ ਇੱਥੇ, ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਕਿਹਦੇ ਕੋਲੋਂ ਸਲਾਹ ਲਈ ਹੈ। ਆ ਮਾਲੀ ਸਾਹਿਬ ਇੰਨੇ ਸਿਆਣੇ ਬੈਠੇ ਨੇ, ਇਹਨਾਂ ਕੋਲੋਂ ਕਦੇ ਸਲਾਹ ਲਈ ਹੈ? ਕਿਹਦੇ ਕੋਲੋਂ ਸਲਾਹ ਲਈ ਹੈ? ਹਾਂ ਮਿਸਟਰ ਚਾਵਲਾ, ਇਹਨਾਂ ਨੇ ਠੀਕ ਹੈ, ਕਦੇ ਇਹਨਾਂ ਨੇ ਕੋਈ ਸਲਾਹਕਾਰ ਕਮੇਟੀ ਬਣਾਈ ਹੈ ਜਿਹਦੇ ਵਿੱਚ ਇਹ ਸਮਝਣ ਵੀ ਫਾਈਨਲ ਫੈਸਲਾ ਹੋ ਸਕਦਾ ਹੈ? ਚਲੋ, ਜਿਹੜੀ ਬੀੜ ਦਾ 10ਵੇਂ ਗ੍ਰੰਥ ਦਾ ਜਾਂ ਇਹ ਜਿਹੜੀ ਹੈਗੀ ਜਿਸ ਨੂੰ ਇਹ ਬਾਣੀ ਕਹਿੰਦੇ ਆ, ਗੁਰੂ ਦੀ ਬਾਣੀ ਹੈ, ਚਰਿਤ੍ਰ ਵਿਖਿਆਨ ਵਗੈਰਾ, ਇਸ ਦੇ ਬਾਰੇ ਕਿਉਂ ਨਹੀਂ ਫੈਸਲੇ ਕਰਦੇ? ਚਾਵਲਾ ਸਾਹਿਬ ਗੁਰਤੇਜ ਸਿੰਘ ਜੀ, ਜੋ ਮੈਨੂੰ ਸਮਝ ਆਇਆ ਆ ਰਿਹਾ ਗੁਰਤੇਜ ਸਿੰਘ ਜੀ ਤੋਂ ਜੋ ਮੈਨੂੰ ਸਮਝ ਆਇਆ, ਉਹ ਇਹ ਕਹਿਣਾ ਚਾਹ ਰਿਹਾ ਹੈ ਕਿ ਨਾ ਤੁਸੀਂ ਸਲਾਹ ਲੈਂਦੇ ਹੋ, ਨਾ ਤੁਹਾਡੇ ਤੋਂ ਸਲਾਹ ਲਈ ਗਈ ਹੈ। ਕੁੱਲ ਮਿਲਾ ਕੇ ਗੱਲ ਇਹ ਹੈ। ਹੁਣ ਸਿਰਫ ਇਹ ਚਾਹੁੰਦੇ ਹੋ ਕਿ ਸਾਡੇ ਨਾਲ ਗੱਲ ਕਰਕੇ ਕ੍ਰੈਡਿਟ ਸਾਨੂੰ ਦੇ ਦਿਓ। ਚਲੋ, ਹਾਂ ਮਿਸਟਰ ਚਾਵਲਾ ਬੋਲੋ। ਕਿੱਥੋਂ ਦੀ ਦਿਆਨੰਦਾਰੀ ਔਰ ਕੀ ਇਹਦੇ ਵਿੱਚ ਕੌਮ ਦੇ ਪੱਲੇ ਪੈਂਦਾ, ਕੀ ਲੋਕਾਂ ਦੇ ਪੱਲੇ? ਆਪਾਂ ਲੈ ਲਈਏ ਟੇਕ, ਗੁਰਤੇਜ ਸਿੰਘ ਜੀ ਟੇਕ ਲੈ ਲਈਏ। ਵਾਧਾ ਹੁੰਦਾ ਕੀ ਘਾਟਾ ਹੁੰਦਾ? ਚਲੋ ਚਾਵਲਾ ਸਾਹਿਬ, ਮਸਲਾ ਕ੍ਰੈਡਿਟ ਦਾ ਹੀ ਹੈ। ਗੁਰਤੇਜ ਸਿੰਘ ਜੀ ਨੇ ਸਿੱਧੇ ਸ਼ਬਦਾਂ ਵਿੱਚ ਇਹ ਕਹਿਤਾ ਕਿ ਜੇ ਤੁਸੀਂ ਉਹਨਾਂ ਦੇ ਭਾਈਵਾਲ ਹੁੰਦੇ ਫਿਰ ਤਾਂ ਤੁਸੀਂ 1 ਮਿੰਟ 'ਚ ਕਹਿਣਾ ਸੀਗਾ ਆਓ ਜੀ ਤੁਹਾਡਾ ਸਨਮਾਨ ਕਰੀਏ। ਹੁਣ ਤੁਸੀਂ ਭਾਈਵਾਲ ਨਹੀਂ ਹੈਗੇ, ਹੁਣ ਤੁਸੀਂ ਸਵਾਲ ਚੁੱਕਤਾ। ਮਸਲਾ ਇਹੀ ਹੈ ਗੁਰਤੇਜ ਸਿੰਘ ਜੀ, ਤੋਂ ਮੈਨੂੰ ਤਾਂ ਇਹੀ ਸਮਝ ਆਇਆ। ਚਾਵਲਾ ਸਾਹਿਬ ਤੁਹਾਨੂੰ ਕੋਈ ਹੋਰ ਸਮਝ ਆਇਆ ਮੈਨੂੰ ਦੱਸ ਦਿਓ ਪਲੀਜ਼। ਨਹੀਂ ਮੈਂ ਦੇਖੋ, ਸਾਹ ਗੁਰਤੇਜ ਸਿੰਘ ਜੀ ਬਹੁਤ ਹੀ ਵਿਦਵਾਨ ਪੁੱਛਿਆ। ਮੈਂ ਇਹਨਾਂ ਦੀਆਂ ਕਈ ਗੱਲਾਂ ਚ ਤਾਂ ਮੈਂ ਬਹੁਤ ਹੀ ਰਿਸਪੈਕਟ ਕਰਦਾ, ਕਿਉਂਕਿ ਬੜੇ ਚੰਗੇ ਇੱਕ ਵਿਆਖਿਆਕਾਰ ਆ। ਕਈ ਕੰਮਾਂ ਵਿੱਚ ਥੋੜੀ ਇਹਨਾਂ ਦੀ ਅਪਰੋਚ ਹੁੰਦੀ, ਪਰ ਕੁਝ ਮੁੱਦਿਆਂ ਉੱਤੇ ਇਹਨਾਂ ਦੇ ਇਖਤਲਾਫ ਨੇ ਸਾਡੇ ਇਹ ਸਿੱਖ ਸਮਾਜ ਦੇ ਕੁਝ ਮਸਲਿਆਂ ਉੱਤੇ। ਮੈਂ ਨਹੀਂ ਸਮਝਦਾ ਕਿ ਅੱਜ ਦੀ ਡਿਬੇਟ ਉਸ ਗੱਲ ਦੀ ਆਪਾਂ ਬਣਾਈ ਆ, ਕਿਉਂਕਿ ਇਹ ਨਾ ਕੋਈ ਪਲੇਟਫਾਰਮ ਹੁੰਦਾ। ਦੇਖੋ, ਅਸੀਂ ਬੁੱਧੀਜੀਵੀ ਜਾਂ ਸਿਆਣੇ ਪੁਰਸ਼ ਤਾਂ ਹੀ ਆ ਤੇ ਅਸੀਂ ਮੌਕਾ ਸ਼ਨਾਸ਼ ਹੋਈਏ। ਅੱਜ ਅਸੀਂ ਇੱਕ ਬੜੇ ਵੱਡੇ ਸਿੰਘ ਸਾਹਿਬ ਨੇ ਬੱਲੇ ਨਾਲ ਕਰੋ ਸਿਆਣੇ, ਨਾਲ ਕਰੋ ਨਹੀਂ ਸਿਆਣੇ, ਬੱਲੇ ਨਹੀਂ ਬੇਨਤੀ ਸੁਣੋ ਸਾਹ ਗੁਰਤੇਜ ਸਿੰਘ ਜੀ, ਕਈ ਗੱਲਾਂ 'ਚ ਨਹੀਂ ਵੀ ਆਪਾਂ ਸਿਆਣੇ ਹੋ ਸਕਦੇ। ਮੇਰਾ ਜਿਹੜਾ ਫੋਕਸ ਹੈ ਨਾ, ਨਹੀਂ ਉਹਨਾਂ ਨੇ ਚਾਵਲਾ ਸਾਹਿਬ ਉਹਨਾਂ ਨੇ ਜਿਹੜਾ ਫੋਕਸ ਬਣਾਇਆ, ਉਹ ਕਹਿੰਦੇ ਆ ਵੀ ਜੇ ਜਥੇਦਾਰ ਸਾਹਿਬ ਕਹਿੰਦੇ ਮੇਰੇ ਤੋਂ ਸਾਡੇ ਤੋਂ ਸਲਾਹ ਨਹੀਂ ਲਏਗੀ, ਉਹ ਕਹਿੰਦੇ ਜਥੇਦਾਰ ਸਾਹਿਬ ਤਾਂ ਆਪ ਗਲਤੀਆਂ ਕਰਦੇ ਪਏ। ਉਹਨਾਂ ਦਾ ਕਹਿਣ ਦਾ ਮਤਲਬ ਹੈ, ਬੋਲੋ ਚਾਵਲਾ ਸਾਹਿਬ। ਸਲਾਹ ਦੇਣ ਜੋਗੇ ਹੋ ਤੁਸੀਂ? ਹਾਂ ਮੈਂ ਦੱਸਣ ਲੱਗਾ ਜੀ, ਬੋਲੋ ਚਾਵਲਾ ਸਾਹਿਬ ਬੋਲੋ। ਸਿੰਘ ਸਾਹਿਬ, ਕੱਲ ਅਨਾਉਂਸਮੈਂਟ ਹੋਈ ਆ, ਕੱਲ ਮੈਨੂੰ ਵੀ ਮੀਡੀਆ ਵਾਲਿਆਂ ਦਾ ਫੋਨ ਆਇਆ ਤੇ ਮੌਕੇ ਤੇ ਮੈਂ ਕੋਈ ਨਾ ਕੋਈ ਤਾਂ ਤੁਹਾਨੂੰ ਗੱਲ ਕਵਾਂਗਾ ਨਾ ਜੀ। ਇਹ ਵੀ ਪ੍ਰਧਾਨ ਸਾਹਿਬ ਨੂੰ ਫੋਨ ਗਏ ਹੋਣੇ ਆ, ਜਥੇਦਾਰ ਸਾਹਿਬ ਨੂੰ ਫੋਨ ਗਏ, ਉਹਨਾਂ ਨੇ ਸਟੇਜ ਤੋਂ ਹੀ ਗੱਲ ਸਾਰੀ ਓਪਨ ਕਰਤੀ। ਠੀਕ ਹੈ ਨਾ ਜੀ।
ਔਰ ਉਹਨਾਂ ਨੇ ਕੋਈ ਉਹਦੇ 'ਚ ਇਹ ਇਤਰਾਜ਼ ਇਹੋ ਜਿਹੇ ਨਹੀਂ ਕੀਤੇ ਕਿ ਕੰਮ ਗਲਤ ਕਰਤਾ ਜੀ ਪ੍ਰਧਾਨ ਮੰਤਰੀ ਨੇ, ਐ ਕਰਤਾ। ਉਹਨਾਂ ਨੇ ਇੱਕੋ ਗੱਲ ਕਹੀ ਕਿ ਇਹਦੇ ਨਾਮ ਬਾਰੇ ਸਿੰਘ ਸਾਹਿਬ ਦਾ ਇੱਕ ਵਿਚਾਰ ਹੈ, ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹਦਾ ਨਾਂ ਆ ਨਹੀਂ, ਆ ਹੋਣਾ ਚਾਹੀਦਾ ਸੀ। ਇਹ ਤੁਸੀਂ ਕਹਿ ਸਕਦੇ ਸੀ ਕਿ ਜਥੇਦਾਰ ਸਾਹਿਬ ਨੇ ਇਹਦੇ ਬਾਰੇ ਰਾਏ ਨਹੀਂ ਕੀਤੀ ਕਿਸੇ ਨਾਲ ਵੀ ਨਾਂ ਅਨਾਉਂਸ ਕਰਨ ਲੱਗਿਆ। ਉਹਨਾਂ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ, ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਕਿ ਇਹ ਨਾਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ, ਇਹ ਸਿੰਘ ਸਾਹਿਬ ਦਾ ਵਿਚਾਰ ਹੈ। ਤੇ ਉਹਦੇ ਬਾਰੇ ਜਿਹੜੀ ਅਗਲੀ ਗੱਲ ਆ ਉਹ ਤਾਂ ਜਦੋਂ ਕਿਤੇ ਕੋਈ ਗੱਲ ਹੋਏਗੀ ਤੇ ਉੱਥੇ ਫੈਸਲਾ ਹੋ ਜਾਏਗਾ, ਇਹ ਨਹੀਂ ਕੋਈ ਗੱਲ। ਲੇਕਿਨ ਇਸ ਮੁੱਦੇ ਉੱਤੇ ਰਸਮ ਗ੍ਰੰਥ ਉੱਤੇ ਜਿਹੜੇ ਪੰਥ ਦੇ ਬੜੇ ਹੀ ਗੰਭੀਰ ਮੁੱਦੇ ਆ, ਨਹੀਂ ਛੇੜਨੇ ਚਾਹੀਦੇ। ਮੈਂ ਬੇਨਤੀ ਕਰਦਾ। ਚਲੋ ਚਾਵਲਾ ਜੀ ਆਪਾਂ ਲਾਸਟ ਸਵਾਲ ਮੇਰਾ ਲੈ ਲਓ। ਚਾਵਲਾ ਜੀ ਜਿਹੜੇ ਪੰਥ ਆ ਜਾਓ ਜੀ, ਸਾਰੀਆਂ ਗੱਲਾਂ ਦੇ ਜਵਾਬ ਦੇ ਦਿਆਂਗੇ। ਚਾਵਲਾ ਜੀ ਮੈਨੂੰ ਲਾਸਟ ਸਵਾਲ ਦਾ ਜਵਾਬ ਦੇ ਦਿਓ। ਕਦੇ ਵੀ ਨਹੀਂ ਦਿਓਗੇ। ਤੁਸੀਂ ਬਾਲ ਦੀ ਬਜਾਏ ਬਾਬਾ ਸ਼ਬਦ ਨਾਲ ਸਹਿਮਤ ਹੋ, ਸਾਹਿਬਜ਼ਾਦੇ ਸ਼ਬਦ ਨਾਲ ਸਹਿਮਤ ਹੋ, ਕਿੱਥੇ ਜਾ ਕੇ ਗੱਲ ਮੁਕਾਓ? ਮੈਂ ਇਹਦੇ ਬਾਰੇ ਫੈਸਲਾ ਲੈਣ ਦੀ ਕੋਈ ਮੈਂ ਕੋਈ ਹੈ ਨਹੀਂ ਪੋਜੀਸ਼ਨ। ਇਹ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਉਹ ਰਲ ਮਿਲ ਕੇ ਅਸੀਂ ਸਾਨੂੰ ਪੁੱਛਾਂਗੇ, ਅਸੀਂ ਆਪਣੀ ਰਾਏ ਦੇ ਦਿਆਂਗੇ। ਇਹ ਜਿਹੜੀ ਗੱਲ ਹੈ ਇਹ ਹੁਣ ਉਹੀ ਉਹਨਾਂ ਦੇ ਲੈਵਲ ਤੇ ਫੈਸਲਾ ਹੋਏਗਾ। ਇਹਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਚਾਵਲਾ ਸਾਹਿਬ ਚਲੋ ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ ਫਿਰ। ਚਾਵਲਾ ਸਾਹਿਬ ਇਹ ਹੋ ਸਕਦਾ ਕਿ ਮਨਜਿੰਦਰ ਸਿੰਘ ਸਿਰਸਾ ਨਾਲ ਤੁਸੀਂ ਗੱਲਬਾਤ ਕਰੋ, ਜੇ ਮਨਜਿੰਦਰ ਸਿੰਘ ਸਿਰਸਾ ਤੁਹਾਨੂੰ ਲੱਗਦਾ ਵੀ ਕ੍ਰੈਡਿਟ ਲੈਣਾ ਚਾਹੁੰਦੇ ਆ, ਮਿਸਟਰ ਸਿਰਸਾ ਨਾਲ ਤੁਸੀਂ ਡਿਪਲੋਮੈਟਿਕ ਤਰੀਕੇ ਨਾਲ ਗੱਲ ਕਰ ਸਕਦੇ ਹੋ ਕਿ ਨਹੀਂ? ਦੇਖੋ ਤੁਸੀਂ ਸ਼ਾਇਦ ਇਸ ਚੀਜ਼ ਨੂੰ ਨਹੀਂ ਸਮਝਦੇ। ਗੁਰਤੇਜ ਸਿੰਘ IAS ਰਹਿਣ ਕਰਕੇ ਇਹਨਾਂ ਨੂੰ ਜ਼ਿਆਦਾ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਦਾ ਆਫਿਸ ਇੱਕ ਬਹੁਤ ਵੱਡਾ ਆਫਿਸ ਹੈ, ਉਹਦਾ ਇੱਕ ਪ੍ਰੋਟੋਕੋਲ ਹੈ। ਉੱਥੇ ਕੋਈ ਗੱਲਾਂ ਐ ਨਹੀਂ ਫੈਸਲੇ ਡਿਸਾਈਡ ਹੁੰਦੇ ਕਿ ਮੇਰੇ ਵਰਗਾ ਚਲੇ ਗਿਆ ਜਾਂ ਚੀਮਾ ਸਾਹਿਬ ਵਰਗਾ ਚਲੇ ਗਿਆ ਜਾਂ ਮਨਜਿੰਦਰ ਸਿੰਘ ਸਿਰਸਾ ਉਹ ਐਵੇਂ ਜਾ ਕੇ ਮਿਲ ਕੇ ਤੇ ਆ ਜਾਊਗਾ। ਉਹਨਾਂ ਦਾ ਟਾਈਮ ਲੈਣ ਵਾਸਤੇ ਕਈ ਵਾਰ ਕਿੰਨਾ ਕੁੱਲ ਮਿਲਾ ਕੇ ਚਾਵਲਾ ਤੁਸੀਂ ਇਹ ਕਹਿਣਾ ਚਾਹੁੰਦੇ ਪ੍ਰਧਾਨ ਮੰਤਰੀ ਦਾ ਆਪਦਾ ਫੈਸਲਾ, ਨਾ ਸ਼੍ਰੋਮਣੀ ਕਮੇਟੀ ਦਾ ਕੋਈ ਕ੍ਰੈਡਿਟ ਹੈ, ਨਾ ਮਨਜਿੰਦਰ ਸਿੰਘ ਸਿਰਸੇ ਦਾ ਕ੍ਰੈਡਿਟ ਹੈ, ਨਾ ਅਕਾਲੀ ਦਲ ਦਾ ਕੋਈ ਕ੍ਰੈਡਿਟ ਹੈ। ਪ੍ਰਧਾਨ ਮੰਤਰੀ ਨੇ ਆਪ ਫੈਸਲਾ ਕੀਤਾ, ਆਪ ਐਲਾਨ ਕੀਤਾ, ਸਭ ਕੁਝ ਆਪ ਐਲਾਨ ਕੀਤਾ, ਬਿਲਕੁਲ ਐਲਾਨ ਕੀਤਾ। ਉਹਨੂੰ ਚਾਹੀਦਾ ਸੀ ਸੋ ਇਹਦੇ ਨਾਮ ਬਾਰੇ ਜ਼ਰੂਰ ਵਿਚਾਰ ਕਰ ਲੈਂਦੇ, ਨਹੀਂ ਕੀਤੀ ਤਾਂ ਹੁਣ ਕਰਕੇ ਉਹਦਾ ਫੈਸਲਾ ਕਰਨਾ ਚਾਹੀਦਾ। ਵਿਕਰਮ ਜੀ ਸੁਝਾਅ ਲੈ ਕੇ ਜਾਓਗੇ ਇੱਥੋਂ, ਤੇ ਇਤਿਹਾਸ ਦੇ ਵਿੱਚ ਜਿਹੜਾ ਸਭ ਕੁਝ ਦਰਜ ਹੈਗਾ ਉਹ ਕਿਤਾਬਾਂ ਦੇ ਵਿੱਚ ਦਰਜ ਹੋਵੇ, ਜਿਹੜੇ ਸਕੂਲੀ ਬੱਚੇ ਪੜ੍ਹਨ ਇਸ ਇਤਿਹਾਸ ਨੂੰ, ਇਹ ਸੁਝਾਅ ਲੈ ਕੇ ਜਾਓਗੇ ਇੱਥੋਂ? ਵਿਕਰਮ ਜੀ ਅਨਮਿਊਟ ਕਰ ਲਓ। ਨਹੀਂ ਮੈਸੇਜ ਦੇ ਦਿੱਤਾ ਜੀ, ਸਾਡਾ ਇਤਿਹਾਸ ਵਗੈਰਾ ਕਰਦਾ ਰਿਹਾ ਕਿਤਾਬਾਂ ਦੇ ਵਿੱਚ। ਪਿਛਲੇ ਸਮੇਂ ਅਸੀਂ ਕਈ ਮਸਲੇ ਗੁਰੂ ਤੇਗ ਬਹਾਦਰ ਮਹਾਰਾਜ ਬੋਲੋ ਵਿਕਰਮ ਜੀ ਬੋਲੋ। ਮੈਂ ਬਿਲਕੁਲ ਇੱਥੋਂ ਕਹੂੰਗਾ ਜੀ ਕਿ ਯੂਪੀ ਦੇ ਵਿੱਚ ਇਹ ਸ਼ੁਰੂ ਕੀਤਾ ਸੀ, ਬਾਕੀ ਵੀ ਪੰਜਾਬ ਦੇ ਵਿੱਚ ਵੀ ਜੇ ਅਸੀਂ ਇਹ ਸ਼ੁਰੂ ਕਰਾ ਸਕਦੇ ਹਾਂ ਜੇ ਸਰਕਾਰ ਆਉਂਦੀ ਆ। ਪਰ ਮੈਂ ਇੱਥੇ ਇੱਕ ਗੱਲ ਦਾ ਜ਼ਰੂਰ ਸਰ ਪੰਜਾਬ 'ਚ ਨਹੀਂ, ਸਰ ਪੰਜਾਬ 'ਚ ਨਹੀਂ, ਸਰ ਇਹ ਪੰਜਾਬ ਦਾ ਮਸਲਾ ਨਹੀਂ ਹੈਗਾ ਸਰ। ਇੱਕ ਮਿੰਟ ਵਿਕਰਮ ਜੀ, ਇਹ ਪੰਜਾਬ ਦਾ ਮਸਲਾ ਨਹੀਂ ਹੈਗਾ। ਆਪਾਂ ਪੰਜਾਬ ਤੱਕ ਇਹਨੂੰ ਸੀਮਿਤ ਕਰਕੇ ਕਿਉਂ ਦੇਖਣਾ ਚਾਹੁੰਦੇ ਹੋ? ਸਵਾਲ ਤਾਂ ਇਹ ਵੀ ਹੈਗਾ। ਨਹੀਂ ਮੈਂ ਉਹੀ ਗੱਲ ਦੱਸਿਆ ਕਿ ਜਿੱਥੇ ਸਾਡੀ ਕਿਉਂਕਿ ਸਟੇਟ ਦੇ ਵਿੱਚ ਜਿਹੜੇ ਇਸ਼ੂ ਹੈ ਲਾਗੂ ਕਰਵਾ ਦਿਓ। ਲਓ ਇੱਕ ਹੋਰ ਮਸਲਾ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਕਿ ਚਾਵਲਾ ਸਾਹਿਬ ਨੇ ਕਿਹਾ 1 ਸਾਲ ਸਾਡੇ ਉੱਥੇ ਅੰਦੋਲਨਕਾਰੀ ਬੈਠੇ ਰਹੇ। ਮੈਂ ਚਾਵਲਾ ਸਾਹਿਬ ਇਹ ਪ੍ਰਧਾਨ ਮੰਤਰੀ ਨੇ ਜਿੱਥੇ 1 ਸਾਲ ਤੋਂ ਬਾਅਦ ਬਿੱਲ ਵਾਪਸ ਲਏ, ਮਾਫੀ ਵੀ ਮੰਗੀ, ਮੋਰਚੇ ਆਪਾਂ ਪਹਿਲਾਂ ਵੀ ਲਾਏ ਸੀ, ਧਰਮਯੁੱਧ ਮੋਰਚਾ ਲਾਇਆ, ਕਿੰਨੇ ਸਾਲ ਜੇਲ੍ਹਾਂ ਭਰੀਆਂ, ਮਿਲਿਆ ਚਰਚਾ ਆਪਣੀ ਹੋਰ ਪਾਸੇ ਚੱਲ ਜੂਗੀ। ਵਿਕਰਮ ਜੀ ਤੁਹਾਡੇ ਸਵਾਲ ਤੇ ਖਤਮ ਕਰ ਰਿਹਾ। ਵਿਕਰਮ ਜੀ ਪੈਰ ਪਾਪਾ ਸਾਡੇ ਗਏ। ਵਿਕਰਮ ਜੀ ਇੱਕ ਪ੍ਰਧਾਨ ਮੰਤਰੀ ਜਿਹੜਾ ਵਾਪਸ ਲੈ ਕੇ ਮਾਫੀ ਵੀ ਮੰਗ ਰਿਹਾ ਹੈ। ਵਿਕਰਮ ਜੀ ਤੁਹਾਡੇ ਇੱਕ ਮਿੰਟ ਵਿਕਰਮ ਜੀ ਇੱਕ ਸ਼ਬਦ ਵੀ 700 ਕਿਸਾਨਾਂ ਦੀ ਸ਼ਹਾਦਤ ਬਾਰੇ ਨਹੀਂ ਬੋਲਿਆ ਗਿਆ, ਉਹ ਕਿਉਂ ਨਹੀਂ ਬੋਲਿਆ? ਫਿਰ ਤਾਂ ਇਹ ਸਵਾਲ ਵੀ ਹੋਣਾ ਚਾਹੀਦਾ ਹੈ। ਨਹੀਂ ਸ਼ਹਾਦਤ ਉਹਨਾਂ ਨੇ ਮਾਫੀ ਕਿਉਂ ਮੰਗੀ ਜੀ ਕਿ ਜੋ ਹੋਇਆ ਮੈਂ ਉਹਦੇ ਲਈ ਮਾਫੀ ਮੰਗਦਾ। ਅੱਜ ਤੱਕ ਮੈਨੂੰ ਸ਼ਾਇਦ ਤੁਸੀਂ ਪੂਰੀ ਸਪੀਚ ਨਹੀਂ ਸੁਣੀ ਵਿਕਰਮ ਜੀ। ਉਹਨਾਂ ਨੇ ਤਪੱਸਿਆ ਸ਼ਬਦ ਹੀ ਵਰਤਿਆ ਸੀਗਾ, ਸਾਡੀ ਤਪੱਸਿਆ ਵਿੱਚ ਕਮੀ ਰਹਿ ਗਈ ਕੋਈ। ਵਿਕਰਮ ਜੀ ਆਪਾਂ ਸ਼ਬਦਾਂ ਨੂੰ ਮੇਰਾ ਖਿਆਲ ਸਮਝਦੇ ਨਹੀਂ ਪਏ ਜਿਹੜੇ ਉਹਨਾਂ ਨੇ ਬੋਲੇ ਸੀਗੇ। ਨਹੀਂ ਬਿਲਕੁਲ ਆਪਾਂ ਉਹਨਾਂ ਨੂੰ ਸ਼ਬਦਾਂ ਨੂੰ ਉਲਝਾ ਰਹੇ ਹਾਂ। ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਕਿ ਅਸੀਂ ਬਿੱਲ ਤੁਹਾਡੇ ਹਿੱਤ 'ਚ ਬਣਾਏ। ਕੁੱਲ ਮਿਲਾ ਕੇ ਮੀਡੀਆ ਕਿਤੇ ਵਿਕਰਮ ਜੀ ਕੁੱਲ ਮਿਲਾ ਕੇ ਮੀਡੀਆ ਜ਼ਿੰਮੇਵਾਰ ਹੈ ਸਰ ਸਾਰੀਆਂ ਚੀਜ਼ਾਂ ਨੂੰ ਉਲਝਾਉਣ। ਮੈਂ ਤੁਹਾਨੂੰ ਨਹੀਂ ਮੈਂ ਮੀਡੀਆ ਤੇ ਕਦੇ ਵੀ ਬਲੇਮ ਨਹੀਂ ਕੀਤਾ। ਤੁਸੀਂ ਸ਼ਬਦ ਮੂੰਹ 'ਚ ਨਾ ਪਾਓ। ਮੈਂ ਮੀਡੀਆ ਦਾ ਨਾਮ ਲਿਆ ਵਿੱਚ। ਆਪਾਂ ਸ਼ਬਦਾਂ ਦੀ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਆਪ ਨੂੰ ਧੱਕੇ ਨਾਲ ਵਿੱਚ ਇਨਵੋਲਵ ਕਰ ਰਹੇ ਹੋ। ਮੈਂ ਮਾਫੀ ਚਾਹੁੰਦਾ, ਮੈਂ ਮੀਡੀਆ ਦਾ ਕਦੇ ਵੀ ਨਾਮ ਨਹੀਂ ਲਿਆ। ਔਰ ਬਾਕੀ ਦੂਜੀ ਗੱਲ, ਅੱਜ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਠ ਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਸਾਡੇ ਲਟਕਦੇ ਮਸਲੇ ਆ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ। ਚਲੋ ਵਪਾਰ ਖੋਲੋਗੇ, ਦੋਨੋਂ ਬਾਰਡਰਾਂ ਦੇ ਵਿਚਾਲੇ ਵਪਾਰ ਖੋਲੋਗੇ, ਦੋਨਾਂ ਪੰਜਾਬਾਂ ਵਿਚਾਲੇ ਪਿਆਰ ਵਪਾਰ ਹੋਵੇਗਾ ਵਿਕਰਮ ਜੀ?
ਮਸਲਾ ਤਾਂ ਇਹ ਵੀ ਹੈ ਪੰਜਾਬ ਦਾ ਬਹੁਤ ਵੱਡਾ। ਨਹੀਂ ਬਿਲਕੁਲ ਇਸ ਗੱਲ ਤੇ ਦੇਖੋ, ਕਿਉਂਕਿ ਪਾਕਿਸਤਾਨ ਨਾਲ ਜਿਸ ਤਰ੍ਹਾਂ ਦੇ ਸਾਡੇ ਸਬੰਧ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ। ਚਲੋ ਜੇ ਉਹ ਸਾਰੀਆਂ ਚੀਜ਼ਾਂ ਦੇਖ ਕੇ ਵਪਾਰ ਦਾ ਮਸਲਾ ਬਾਕੀ ਚੀਜ਼ਾਂ ਨਾਲ ਵੀ ਜੁੜਿਆ, ਦੇਸ਼ ਦੀ ਸਿਕਿਉਰਿਟੀ ਨਾਲ ਵੀ ਜੁੜਿਆ, ਉਹ ਸਾਡੇ ਤੇ ਹਮੇਸ਼ਾ ਵਾਰ ਕਰ ਰਹੇ ਆ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਪ੍ਰਧਾਨ ਮੰਤਰੀ ਨੇ ਦੇਖੀਆਂ ਹੁੰਦੀਆਂ, ਸਰਕਾਰ ਨੇ ਸਾਰੀਆਂ ਸੈਂਟਰ ਦੀ ਨੇ, ਜੋ ਸਾਰਾ ਬਾਰਡਰਸ ਵੀ ਦੇਖਣੇ ਆ, ਬਾਰਡਰ ਸਿਕਿਉਰਿਟੀ ਵੀ ਦੇਖਣੀ ਹੈ। ਇਸ ਕਰਕੇ ਸਾਰੀਆਂ ਚੀਜ਼ਾਂ ਦੇਖ ਕੇ ਜੇ ਸਾਨੂੰ ਲੱਗੂਗਾ ਕਿ ਵਪਾਰ ਖੋਲਿਆ ਜਾ ਸਕਦਾ, ਬਿਲਕੁਲ ਖੋਲਿਆ ਜਾਊਗਾ। ਚਲੋ ਬੀਜੇਪੀ ਸਟੇਟ ਲੀਡਰਸ਼ਿਪ ਨੇ ਕੋਈ ਡਿਮਾਂਡ ਕੀਤੀ ਹੈ ਸਰ ਪ੍ਰਧਾਨ ਮੰਤਰੀ ਦੇ ਅੱਗੇ ਕਿਸ ਗੱਲ ਬਾਰੇ ਜੀ? ਵਪਾਰ ਖੋਲਣ ਬਾਰੇ। ਮੈਂ ਪਹਿਲਾਂ ਭਾਈ ਸਾਹਿਬ ਕਿਹਾ ਹੈ ਕਿ ਇਹ ਜਿਹੜਾ ਬਾਰਡਰ ਇਸ਼ੂ ਹੈ, ਬਾਰਡਰ ਇਸ਼ੂ ਤੇ ਠੀਕ ਹੈ ਸਰ ਚੀਮਾ ਜੀ। ਹਾਂ ਚਾਵਲਾ ਸਾਹਿਬ ਫਟਾਫਟ ਗੱਲ ਖਤਮ ਕਰੀਏ, ਮੇਰਾ ਟਾਈਮ ਪਹਿਲਾਂ ਜ਼ਿਆਦਾ ਲੱਗ ਗਿਆ। ਮੈਂ ਛੋਟੀ ਜਿਹੀ ਗੱਲ ਯਾਦ ਕਰਨੀ ਚਾਹੁੰਦਾ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨਾਂ ਦੇ ਮਸਲੇ ਦੇ ਉੱਤੇ ਕੋਈ ਮਾਫੀ ਮੰਗੀ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਸਹੀ ਢੰਗ ਦੇ ਨਾਲ ਮਸਲਾ ਨਿਬੇੜਿਆ ਹੁੰਦਾ ਤੇ ਜੋ ਪਰਸੋਂ 5-4 ਦਿਨ ਪਹਿਲਾਂ ਪੰਜਾਬ 'ਚ ਵਾਪਰਿਆ ਨਹੀਂ ਸੀ ਫਿਰ ਵਾਪਰਦਾ। ਚਲੋ ਠੀਕ ਹੈ ਗੁਰਤੇਜ ਸਿੰਘ ਜੀ ਬੋਲੋ ਫਟਾਫਟ। ਗੁਰਤੇਜ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਸੀ, ਬੋਲੋ। ਦੇਖੋ ਜੀ ਗੱਲ ਇਹ ਹੈਗੀ ਕਿ ਇਹ ਮਸਲੇ ਸਾਰੇ ਹੱਲ ਹੋਣੇ ਚਾਹੀਦੇ ਆ, ਜੰਮੂ ਕਸ਼ਮੀਰ ਦਾ ਵੀ ਹੋਣਾ ਚਾਹੀਦਾ, ਸਾਰਾ ਹੋਣਾ ਚਾਹੀਦਾ, ਲੇਕਿਨ ਇਹ ਜਿਹੜੀ ਗੱਲ ਕਹਿ ਰਹੇ ਨੇ ਕਿ ਜੀ ਉੱਥੇ ਪਾਕਿਸਤਾਨ ਦੇ ਨਾਲ ਝਗੜਾ ਹੈ ਇਸ ਕਰਕੇ ਉਸ ਨੂੰ ਵਿਚਾਰਨਾ ਪਏਗਾ, ਤੇ ਝਗੜਾ ਤਾਂ ਜੰਮੂ ਕਸ਼ਮੀਰ 'ਚ ਵੀ ਹੈਗਾ, ਉੱਥੇ ਤਾਂ ਵਪਾਰ ਹੁੰਦਾ ਹੈ, ਇੱਥੇ ਵਪਾਰ ਨਹੀਂ ਹੁੰਦਾ। ਇਹ ਕੀ ਇਤਫਾਕ ਹੈ? ਠੀਕ ਅਬ ਮਾਲੀ ਸਾਹਿਬ ਲਾਸਟ ਕਮੈਂਟ ਤੁਹਾਡਾ। ਮਾਲੀ ਸਾਹਿਬ ਕਿੱਥੇ ਚਰਚਾ ਸਮਾਪਤ ਕਰਾਂ? ਨਹੀਂ ਦੇਖੋ ਜੀ ਗੱਲ ਠੀਕ ਆ, ਮਾਫੀ ਉਹਨਾਂ ਨੇ ਮੰਗੀ ਆ ਕਾਰਪੋਰੇਟ ਤੋਂ, ਉਹਨਾਂ ਲੋਕਾਂ ਤੋਂ ਜਿਨ੍ਹਾਂ ਦੇ ਭਲੇ ਲਈ ਕਾਨੂੰਨ ਵਾਪਸ ਕੀਤੇ ਸੀ। ਉਹ ਕਹਿੰਦੇ ਅਸੀਂ ਕੁਝ ਲੋਕਾਂ ਨੂੰ ਸਮਝਾ ਨਹੀਂ ਸਕੇ, ਸਾਡੀ ਤਪੱਸਿਆ ਕਮੀ ਰਹੀ ਹੋ। ਅੰਦੋਲਨਕਾਰੀਆਂ ਤੋਂ ਉਹਨਾਂ ਨੇ ਮਾਫੀ ਨਹੀਂ ਮੰਗੀ। ਚਲੋ ਪਾਕਿਸਤਾਨ ਨਾਲ ਵਪਾਰ ਆ ਜਿਹੜਾ ਬੰਬੇ ਤੇ ਕਰਾਚੀ ਰਾਹੀਂ ਤਾਂ ਬੰਦ ਨਹੀਂ ਹੋਇਆ ਕਦੇ ਜੀ, ਕਾਂਡਲਾ ਬੰਦਰਗਾਹ ਰਾਹੀਂ ਬੰਦ ਨਹੀਂ ਜੀ ਹੋਇਆ ਕਦੇ, ਤੇ ਇਹ ਸਾਰਾ ਕੁਝ ਮਤਲਬ ਬਾਗਾ ਬਾਰਡਰ ਤੇ ਆ ਕੇ ਮੁੱਕਦਾ। ਚਲੋ ਮਾਲੀ ਸਾਹਿਬ ਬਹੁਤ ਧੰਨਵਾਦ ਤੁਹਾਡਾ। ਵਿਕਰਮ ਜੀ ਇੱਕ ਸਵਾਲ ਜ਼ਰੂਰ ਇੱਥੋਂ ਲੈ ਕੇ ਜਾਈਓ, ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਸੈਂਟੀਮੈਂਟਸ ਤੋਂ ਇਲਾਵਾ ਜਿਹੜੇ ਜ਼ਮੀਨ ਤੇ ਫੈਸਲੇ ਚਾਹੀਦੇ ਆ, ਪੰਜਾਬ ਦੀ ਮਾਲੀ ਹਾਲਤ ਸੁਧਰੇ, ਉਹਦੇ ਲਈ ਵੀ ਤੁਹਾਨੂੰ ਕੰਮ ਕਰਨਾ ਚਾਹੀਦਾ। ਆਦੀ ਪਾਰਟੀ ਨੂੰ ਤੇ ਆਦੀ ਪਾਰਟੀ ਦੇ ਜ਼ਰੀਏ ਮੈਸੇਜ ਪ੍ਰਧਾਨ ਮੰਤਰੀ ਤੱਕ ਜ਼ਰੂਰ ਲੈ ਕੇ ਜਾਈਓ। ਵਿਕਰਮ ਜੀ ਬਿਲਕੁਲ ਲੈ ਕੇ ਜਾਵਾਂਗੇ ਜੀ, ਤੁਹਾਡਾ ਮੈਸੇਜ ਸਿਰ ਮੱਥੇ ਤੇ ਆ, ਬਿਲਕੁਲ ਲੈ ਕੇ ਜਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣਗੇ। ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਕਰਮ ਜੀ। ਮਾਲੀ ਤੁਹਾਡਾ ਬਹੁਤ ਧੰਨਵਾਦ। ਅਮਰਜੀਤ ਚਾਵਲਾ ਤੁਹਾਡਾ ਬਹੁਤ ਧੰਨਵਾਦ। ਗੁਰਤੇਜ ਸਿੰਘ ਤੁਹਾਡਾ ਬਹੁਤ ਧੰਨਵਾਦ। ਸਾਰੇ ਪੈਨਲਿਸਟ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਇਹਨਾਂ ਨੇ ਬੜੀ ਸੁਧਿਰਤਾ ਨਾਲ ਇਸ ਡਿਬੇਟ ਦੇ ਵਿੱਚ ਪਾਰਟਿਸਿਪੇਟ ਕੀਤਾ। ਪਰ ਜੇ ਇਤਿਹਾਸ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਜਿਹੜੀ ਸਾਡੀ ਭਵਿੱਖ ਦੀ ਪੀੜ੍ਹੀ ਹੈਗੀ ਉਹਨਾਂ ਨੂੰ ਪੜ੍ਹਾਇਆ ਜਾਊਗਾ, ਉਹਨਾਂ ਨੂੰ ਪਤਾ ਲੱਗੂਗਾ ਕਿ 4 ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਇਹ ਸਾਰੀ ਕੁਰਬਾਨੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਪੂਰਾ ਪਰਿਵਾਰ ਆ ਜਿਹੜਾ, ਉਸਨੇ ਕਿਸ ਤਰੀਕੇ ਇਹ ਸਾਰਾ ਕੁਝ ਅੱਗੇ ਤੋਰਿਆ, ਇਸ ਇਤਿਹਾਸ ਨੂੰ, ਇਸ ਪਰੰਪਰਾ ਨੂੰ ਅੱਜ ਇੱਥੇ ਲਿਆ ਕੇ ਖੜਾ ਕੀਤਾ ਕਿ ਟੀਵੀ ਡਿਬੇਟ ਦੇ ਵਿੱਚ ਇਸ ਬਾਰੇ ਚਰਚਾ ਹੋ ਰਹੀ ਹੈ। ਸਾਡੀ ਅਗਲੀ ਪੀੜ੍ਹੀ ਨੂੰ ਇਸ ਬਾਰੇ ਸਵਾਲ ਜਵਾਬ ਪਤਾ ਲੱਗਣਗੇ। ਹਾਲਾਂਕਿ ਇਹ ਸਵਾਲ ਜਵਾਬ ਆ ਜਿਹੜੇ ਉਸ ਪੱਧਰ ਦੇ ਨਹੀਂ ਹੋ ਪਾ ਰਹੇ ਜਿਸ ਪੱਧਰ ਦੇ ਹੋਣੇ ਚਾਹੀਦੇ ਆ। ਉਸ ਲਈ ਮੈਂ ਮਾਫੀ ਮੰਗਦਾ, ਪਰ ਇਹ ਸਵਾਲ ਹੋਣਗੇ ਜ਼ਰੂਰ, ਆਉਣ ਵਾਲੇ ਸਮੇਂ ਵਿੱਚ ਵੀ ਹੋਣਗੇ। ਇਹਨਾਂ ਦਾ ਪੱਧਰ ਹੋਰ ਉੱਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਧੰਨਵਾਦ।